नमस्ते गुरुजी। जय गुरुजी महाराज। जय गुरुजी साध संगत जी। शुक्राना गुरुजी महाराज द मल्टीलिंगुअल सेवादार टीम आप सबका स्वागत करती है। आज हमारे बीच में ब्लेस संगत अन्नूतूर आंटी जी उपस्थित हैं। आपका बहुत बहुत स्वागत है अन्नूतूर आंटी। जय गुरुजी। ओवर टू यू आंटी। संगत शेयरिंग करें प्लीज। सत श्री अकाल गुरु जी, साध संगत जी। गुरु जी ਦਾ ਬੇਅੰਤ ਸ਼ੁਕਰਾਨਾ ਹੈ ਕਿ ਉਹ ਗੁਰੂ ਜੀ ਦੀ ਬਲੇਸਿੰਗਸ ਸ਼ੇਅਰ ਕਰਨ ਦਾ ਸਾਨੂੰ ਮੌਕਾ ਦਿੰਦੇ ਆ। ਅਸੀਂ ਬਹੁਤ ਹੀ ਭਾਗਸ਼ਾਲੀ ਹਾਂ ਵੀ ਸਾਨੂੰ ਗੁਰੂ ਸਾਹਿਬ ਮਿਲੇ ਆ। ਔਰ ਗੁਰੂ ਸਾਹਿਬ ਜੋ ਜਿੰਨਾ ਕੁਝ ਸਾਨੂੰ ਦਿੰਦੇ ਆ, ਸਾਡਾ ਰੋਮ ਰੋਮ ਵੀ ਅਗਰ ਉਹਦਾ ਸ਼ੁਕਰਾਨਾ ਕਰਨ ਦੀ ਕੋਸ਼ਿਸ਼ ਕਰੇ ਤਾਂ ਅਸੀਂ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਨਹੀਂ ਸਕਦੇ ਜਿੰਨਾ ਉਹਨਾਂ ਨੇ ਸਾਨੂੰ ਦਿੱਤਾ ਹੈ। ਤੇ ਗੁਰੂ ਸਾਹਿਬ ਅੱਜ ਸੋਚੀ ਪਾ ਰਹੇ ਸੀ ਕਿ ਜਿਵੇਂ ਜਿਵੇਂ ਤੇਰਾ ਹੁਕਮ ਹੈ ਉਦਾਂ ਉਦਾਂ ਹੁੰਦਾ ਹੈ, ਜਿਉਂ ਜਿਉਂ ਤੇਰਾ ਹੁਕਮ ਤੇ ਮੈਂ ਤੇ ਵਹੋ ਬਣਾ। ਐਂਡ ਇਹ ਥਾਟ ਪਾ ਕੇ ਉਹਨਾਂ ਨੇ ਸਮਝਾਇਆ ਕਿ ਉਹ ਆਪਣੇ ਦਰਬਾਰ 'ਚ ਜਦੋਂ ਲੈ ਕੇ ਗਏ ਉਹਨਾਂ ਦੀ ਮਰਜ਼ੀ ਸੀ। ਉਹਨਾਂ ਨੇ ਦਿਮਾਗ 'ਚ ਪਾਇਆ ਕਿ ਥਰਸਡੇ ਹੈ, ਤੇਰੇ ਸਭ ਤੋਂ ਜ਼ਿਆਦਾ ਲੈਕਚਰ ਹੈ, ਤੂੰ ਛੁੱਟੀ ਲੈ ਲੈ ਐਂਡ ਥਰਸਡੇ ਨੂੰ ਜਲੰਧਰ ਗਈ ਐਂਡ ਹਾਊ ਗੁਰੂ ਸਾਹਿਬ meet my sister-in-law to ask ਕਿ ਤੁਸੀਂ ਗੁਰੂ ਜੀ ਹੈ ਸਾਡੇ, ਤੁਸੀਂ ਮੰਦਿਰ ਜਾਓਗੇ। ਉਹਨਾਂ ਨੇ ਕਿਉਂ ਪੁੱਛਿਆ ਅੱਜ ਤੱਕ ਨਹੀਂ ਜਾਣਦੇ। ਮੈਂ ਹਾਂ ਕਿਉਂ ਕੀਤੀ ਮੈਨੂੰ ਨਹੀਂ ਪਤਾ, ਕਿਉਂਕਿ ਸਾਡੇ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦੇ ਸੀ ਤੇ ਜਿਹੜੇ ਸਰੀਰਕ ਰੂਪ ਚ ਗੁਰੂ ਹੈ ਉਹਨਾਂ ਨੂੰ ਬਿਲਕੁਲ ਅਲਾਉਡ ਹੀ ਨਹੀਂ ਸੀਗਾ। ਬਟ ਗੁਰੂ ਜੀ ਦੀ ਟਾਈਮਿੰਗ ਸੀ, ਉਹਨਾਂ ਦੀ ਟਾਈਮਿੰਗ, ਉਹਨਾਂ ਦਾ ਹੁਕਮ ਸੀ। ਉਹ ਜਲੰਧਰ ਮੰਦਿਰ ਲੈ ਕੇ ਗਏ, ਕੜਾਹ ਪ੍ਰਸ਼ਾਦ ਖਵਾਇਆ, ਜਲ ਪ੍ਰਸ਼ਾਦ ਦਿੱਤਾ, ਚਾਹ ਪ੍ਰਸ਼ਾਦ ਦਿੱਤੀ ਤੇ ਆਪਣੇ ਆਪ ਨਾਲ ਉਹਨਾਂ ਨੇ ਇੱਕ ਰਿਸ਼ਤਾ ਬਣਾਤਾ। ਪਰ ਮੈਨੂੰ ਕੁਝ ਨਹੀਂ ਪਤਾ, ਜਿੱਦਾਂ ਸਾਰਾ ਉਹ ਸਤਸੰਗ ਸਾਰਿਆਂ ਨੇ ਸੁਣਿਆ ਹੋਇਆ ਵੀ ਗੁਰੂ ਜੀ ਨੇ ਕਿਸ ਤਰ੍ਹਾਂ ਮੈਨੂੰ ਹੌਲੀ ਹੌਲੀ ਉਹਨੂੰ ਰਿਵੀਲ ਕੀਤਾ। ਸਭ ਕੁਝ ਕਰਨ ਤੋਂ ਬਾਅਦ ਉਹ ਮੈਂ ਬਾਅਦ ਚ ਟੱਚ ਕਰੂੰਗੀ। ਗੁਰੂ ਜੀ ਕਹਿੰਦੇ ਸੀ ਪਹਿਲਾਂ ਲੇਟੈਸਟ ਸੁਣਾਓ, ਜਿਵੇਂ ਜਿਵੇਂ ਤੇਰਾ ਹੁਕਮ ਤਿਵੇਂ ਤੇ ਹੋਣਾ ਜਿੱਦਾਂ ਹੈਗਾ। ਉਹ ਲਾਸਟ ਵੀਕ ਤੋਂ ਪਹਿਲਾਂ ਮੈਨੂੰ ਕਿਸੇ ਸੰਗਤ ਨੇ ਅਪਰੋਚ ਕੀਤਾ ਕਿ ਆਂਟੀ ਥਰਸਡੇ ਨੂੰ 8:30 ਤੇ ਤੁਸੀਂ ਸੰਗਤ ਸ਼ੇਅਰਿੰਗ ਕਰੋਗੇ। ਪਰਫੈਕਟ ਟਾਈਮਿੰਗ, ਕਿਉਂਕਿ ਬੇਟਾ ਸਕੂਲ ਹੁੰਦਾ ਹੈ, ਬੈਟਰ ਹਾਫ ਕੰਮ ਤੇ ਹੁੰਦੇ ਆ, ਤਾਂ ਇਟਸ ਕੁਆਇਟ ਟਾਈਮ। ਸੋ ਆਈ ਸੈਡ ਇਸ ਥਰਸਡੇ ਨਹੀਂ ਆਂਟੀ, ਨੈਕਸਟ। ਕਿਉਂਕਿ ਉਹਨਾਂ ਨੂੰ ਨਹੀਂ ਦੱਸਿਆ, ਮੇਰੇ ਹਸਬੈਂਡ ਦੇ ਕਜ਼ਨ ਹੈ, ਉਹਨਾਂ ਦੇ ਹਸਬੈਂਡ ਇੱਥੇ ਸੀਗੇ ਐਂਡ ਸਡਨਲੀ 2 ਵੋਮਿਟਿੰਗਸ ਕਰਨ ਤੋਂ ਬਾਅਦ ਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ 'ਚ ਲੈ ਗਏ। ਹੀ ਵਾਸ ਜਸਟ 54, ਨੋ ਮੈਡੀਕਲ ਬੈਕਗਰਾਉਂਡ। ਤੇ ਉਹਨਾਂ ਦਾ ਜਿਹੜਾ ਫਿਊਨਰਲ ਹੈ ਉਹਦੀਆਂ ਤਿਆਰੀਆਂ ਚੱਲ ਰਹੀਆਂ ਸੀ, ਸੋ ਆਈ ਕੁਡ ਨਾਟ ਬੀ ਹੇਅਰ। ਤੇ ਉੱਥੇ ਜਾਣਾ ਸੀ ਤੇ ਆਂਟੀ ਨੂੰ ਇੰਨੀ ਡਿਟੇਲ ਨਹੀਂ ਦੱਸੀ, ਸਿਰਫ ਉਹਨਾਂ ਨੇ ਮੈਸੇਜ ਕੀਤਾ ਸਰ ਨੈਕਸਟ ਥਰਸਡੇ। ਹੁਣ ਗੁਰੂ ਜੀ ਕਰਨ ਕਰਾਵਣ ਹਾਰ ਹੈ, ਅਸੀਂ ਕੁਛ ਨਹੀਂ ਕਰ ਸਕਦੇ। ਸੰਗਤ ਜੀ ਵੈਨਸਡੇ ਸ਼ਾਮ ਨੂੰ, ਦੁਪਹਿਰ ਨੂੰ ਟੂ ਬੀ ਪ੍ਰੀਸਾਈਜ਼, ਬਿਫੋਰ ਪਿਕਿੰਗ ਅਪ ਮਾਈ ਸਨ, ਮੈਨੂੰ ਇੰਨੀ ਨੋਜ਼ੀਆਟਿਕ ਫੀਲਿੰਗ ਹੋਈ ਕਿ ਮੈਂ ਸਕੂਲ ਤੱਕ ਵੀ ਕਿੱਦਾਂ ਜਾਣਾ ਮੈਨੂੰ ਨਹੀਂ ਪਤਾ। ਸੋ ਗੁਰੂ ਜੀ ਨੇ ਬਚਾਇਆ। ਬਸ ਮੈਨੂੰ ਘਰ ਲਿਆ ਕੇ ਉਹਦਾ ਲੰਚ ਰੈਡੀ ਹੁੰਦਾ, ਉਹਨੂੰ ਲੰਚ ਦਿੱਤਾ। ਉਸ ਤੋਂ ਬਾਅਦ ਕੋਈ ਕਾਰਨ ਨਹੀਂ, ਮੈਂ ਬਾਹਰੋਂ ਕੁਛ ਨਹੀਂ ਖਾਧਾ, ਬਟ ਆਈ ਸਟਾਰਟਡ ਥਰੋਇੰਗ ਅਪ ਟੂ ਦ ਲੈਵਲ ਕਿ ਮੈਨੂੰ ਪਾਣੀ ਵੀ ਹਜ਼ਮ ਨਹੀਂ ਹੋ ਰਿਹਾ ਸੀ। ਔਰ ਇਹ ਛੁਟਕੂ ਜੇ ਮੈਨੂੰ ਕਹਿ ਰਹੇ ਆ ਮੰਮਾ ਸੌਂਫ ਖਾ ਲਓ। ਸੌਂਫ ਤਾਂ ਥੋੜੀ ਜਿਹੀ ਹੁੰਦੀ ਹੈ। ਆਈ ਮੀਨ ਹੀ ਵਾਸ ਟਰਾਈਂਗ ਕਿ ਮੈਂ ਕੁਝ ਖਾ ਲਾਂ, ਔਰ ਮੈਨੂੰ ਕੋਈ ਹੋਸ਼ ਨਹੀਂ। ਆਈ ਵਾਸ ਸਲੀਪਿੰਗ ਦ ਹੋਲ ਟਾਈਮ। ਹਸਬੈਂਡ ਆਏ, ਉਹਨਾਂ ਨੂੰ ਮੈਂ ਕਿਹਾ ਮੈਂ ਕੁਛ ਨਹੀਂ ਖਾਣਾ, ਮੈਨੂੰ ਚਾਹ ਵੀ ਨਹੀਂ ਹਜ਼ਮ ਹੋ ਰਹੀ, ਪਾਣੀ ਵੀ ਨਹੀਂ ਹਜ਼ਮ ਹੋ ਰਿਹਾ, ਮੈਂ ਕੁਛ ਨਹੀਂ ਲੈਣਾ। ਆਈ ਵਾਸ ਜਸਟ ਸਲੀਪਿੰਗ। ਸਰ ਕੁਛ ਤਾਂ ਖਾ ਲਾਏ ਸਰ, ਖਿਚੜੀ ਖਾਣ ਦਾ ਮਨ ਹੈ ਬਟ ਹਿੰਮਤ ਨਹੀਂ ਹੈ। ਸੋ ਗੁਰੂ ਜੀ ਨੇ ਉਹਨਾਂ ਨੂੰ ਤੋਂ ਬਣਵਾਈ ਐਂਡ 11:55 ਸ਼ਾਮ ਨੂੰ ਮੈਂ ਇੱਕ ਕੌਲੀ ਖਿਚੜੀ ਖਾ ਕੇ ਸੌਂ ਗਈ। ਕੋਈ ਹੋਸ਼ ਨਹੀਂ ਹੈ ਮੈਨੂੰ ਕਿ ਥਰਸਡੇ ਹੈ ਕੱਲ ਸਵੇਰੇ। ਹੀ ਮੇਕਸ ਮੀ ਗੈਟ ਅਪ ਐਟ ਸਮ ਟਾਈਮ ਐਟ ਨਾਈਟ, ਮੈਨੂੰ ਟਾਈਮ ਨਹੀਂ ਪਤਾ। ਉੱਥੇ ਦਿਖਾਉਂਦੇ ਆ ਵੀ ਇੰਨੇ ਵਜੇ ਸ਼ੇਅਰਿੰਗ ਹੋਣੀ ਹੈ, ਇੰਡੀਅਨ ਟਾਈਮ ਨਾਲ ਕੈਲਕੂਲੇਟ ਕਰਨਾ ਪੈਂਦਾ। ਸੋ ਮੈਂ ਅਲਾਰਮ ਲਾਇਆ ਕਿ ਸ਼ਬਦ ਬਾਣੀ ਏਕ ਓਂਕਾਰ ਤੋਂ ਪਹਿਲਾਂ ਲੌਗਇਨ ਕਰਨਾ, ਕਿਉਂਕਿ ਗੁਰੂ ਜੀ ਹਰ ਫਾਰਮ 'ਚ ਹੁੰਦੇ ਆ ਐਂਡ ਉਹਨਾਂ ਨੇ ਸਿਖਾਇਆ ਵੀ ਮੇਰੇ ਤੋਂ ਪਹਿਲਾਂ ਹੋਣਾ, ਬਾਕੀ ਨਹੀਂ ਵੀ ਹੁੰਦਾ ਤਾਂ ਉਹ ਵੀ ਉਹਨਾਂ ਦੀ ਮਰਜ਼ੀ। ਸੋ ਆਈ ਜਸਟ ਗॉट ਅਪ, ਮੈਂ ਲੌਗਇਨ ਕਰ ਲਿਆ
ਤੇ ਮੈਂ ਕਿਹਾ ਗੁਰੂ ਜੀ ਨਹਾਇਆ ਤਾਂ ਨਹੀਂ ਜਾਣਾ ਤੇ ਕੈਮਰਾ ਵੀ ਆਨ ਨਹੀਂ ਕਰਨਾ ਸੀ ਉਹਦੇ 'ਚ। ਤੇ ਉਹਨਾਂ ਨੇ ਕਿਹਾ ਕਿ ਮੈਂ ਗੁਰੂ ਜੀ ਨੂੰ ਕਿਹਾ, ਮੈਂ ਕਿਹਾ ਤੁਸੀਂ ਤਾਂ ਦੇਖ ਰਹੇ ਹੋ, ਬਸ ਇੰਨੀ ਹਿੰਮਤ ਦੇ ਦਿਓ ਕਿ ਮੈਂ ਚੇਂਜ ਕਰਕੇ ਬੈਠ ਜਾ। ਸੋ ਆਈ ਜਸਟ, ਜਿੱਦਾਂ ਗੁਰੂ ਜੀ ਨੇ ਸਿਖਾਇਆ, ਸਿਰ ਢੱਕੋ, ਸਭ ਦੀ ਆਪਣੀ ਆਪਣੀ ਜਰਨੀ ਹੈ, ਮੈਨੂੰ ਕਹਿੰਦੇ ਆ ਉਹ। ਸੋ ਸੰਗਤ ਜੀ, ਮੈਂ ਸ਼ੇਅਰ ਕੀਤਾ, ਕਿਸੇ ਨੂੰ ਨਹੀਂ ਪਤਾ ਚੱਲ ਸਕਦਾ ਸੀ ਵੀ ਇੱਕ ਰਾਤ ਪਹਿਲਾਂ ਤੇ ਹੁਣ ਤੱਕ ਕੀ ਹਾਲਤ ਹੈ। ਔਰ ਸ਼ਾਮ ਨੂੰ ਜੋ ਸੇਵਾ ਲੈਂਦੇ ਆ, ਉਸ ਸੇਵਾ 'ਚ ਕੋਈ ਨਹੀਂ, ਕਿਸੇ ਨੂੰ ਨਹੀਂ ਪਤਾ ਕਿ ਮੇਰੀ ਤਬੀਅਤ ਇੰਨੀ ਖਰਾਬ ਹੈ। ਉਸੇ ਪਲ ਹੀ ਉਠਾਇਆ, ਬੁਲਵਾਇਆ। ਸੋ ਵੀ ਆਰ ਨਾਟ ਦ ਡੂਅਰਸ, ਉਹ ਕਰਨ ਕਰਾਵਨ ਹਾਰ ਨੇ। ਉਹ ਸਭ ਕੁਝ ਸਿਖਾਉਂਦੇ ਆ, ਉਹੀ ਸਭ ਦੀ ਜਰਨੀ ਪੇਵ ਆਊਟ ਕਰਦੇ ਆ। ਫਿਰ ਗੁਰੂ ਸਾਹਿਬ ਨੇ ਵੀ ਸੱਚ ਦੱਸਿਆ ਹੈ ਕਿ ਡਾਇਰੈਕਟ ਕਨੈਕਸ਼ਨ ਦਾ ਮਤਲਬ ਇਹ ਹੈ ਕਿ ਬਾਹਰ ਦੇ ਨਹੀਂ, ਘਰ ਦੇ ਬੱਚੇ ਨਾਲ ਵੀ ਡੋਂਟ ਇੰਟਰਫੇਅਰ ਇਨ ਹਿਸ ਜਰਨੀ। ਸੋ ਜਦੋਂ ਅਸੀਂ ਵਿਸਾਖੀ ਦਾ ਸਤਸੰਗ ਅਟੈਂਡ ਕਰਨਾ ਸੀ ਤੇ ਉਸ ਦਿਨ ਉਹਨਾਂ ਦੇ ਪਾਠ ਦਾ ਭੋਗ ਰੱਖਣਾ ਸੀ, ਤੇ ਗੁਰੂ ਸਾਹਿਬ ਨੇ ਸਮਝਾਇਆ ਕਿ ਜਪਜੀ ਸਾਹਿਬ ਸੁਣਦੇ ਹੋ, ਧੌਲ ਧਰਮ ਦਿਆ ਕਪੂਤ। ਮਨ ਹੈ ਕਿ ਸਤਸੰਗ ਤੇ ਜਾਣਾ ਹੈ, ਉੱਥੇ ਵੀ ਬਾਣੀ ਹੈ, ਇੱਥੇ ਵੀ ਬਾਣੀ ਹੈ, ਪਰ ਇਹ ਇਕੱਲਾ ਬੱਚਾ ਹੈ, ਇਹਨਾਂ ਦੇ ਕੋਲ ਰਿਲੇਟਿਵਸ ਨਹੀਂ ਹੈ, ਹਲੇ ਇਹਨਾਂ ਦੀ ਫੈਮਿਲੀ ਲੰਡਨ ਤੋਂ ਪਹੁੰਚੀ ਨਹੀਂ ਹੈ, ਸੋ ਤੁਸੀਂ ਇੱਥੇ ਹੋ। ਤੇ ਗੁਰੂ ਸਾਹਿਬ ਨੇ ਚੁਟਕੂ ਜੀ ਨੂੰ ਬਹੁਤ ਪ੍ਰੇਰਨਾ ਦਿੰਦੇ ਆ, ਉਹੀ ਕਰਦੇ ਆ। ਸੋ ਉਹ ਜਲ ਪ੍ਰਸ਼ਾਦ ਦੇਣਾ, ਪਲੇਟਸ ਚੁੱਕਣੀਆਂ, he loves doing that and he says ਮੇਰੀ ਸੇਵਾ ਹੈ, ਮੇਰੀ ਸੇਵਾ ਹੈ, that's what ਗੁਰੂ ਜੀ ਗਾਈਡਸ ਹਿਮ। ਸੋ ਉੱਥੇ ਬੈਠੇ ਜਦੋਂ ਪਾਠ ਦੀ ਅਰਦਾਸ ਹੋਈ ਤੇ ਇਹਦੀ ਕਜ਼ਨ ਇਹਨੂੰ ਕਹਿੰਦੀ ਹੈ ਕਿ ਮਿਹਰ ਗੋ ਐਂਡ ਗੈਟ ਨੈਪਕਿਨਸ, ਤੇ ਸਾਰਿਆਂ ਨੂੰ ਨੈਪਕਿਨਸ ਦੇ ਦੇ। ਆਈ ਲੁਕਡ ਐਟ ਗੁਰੂ ਜੀ ਕਿ ਸੇਵਾ ਤਾਂ ਕਿਸੇ ਰੂਪ ਚ ਵੀ ਕਰਾ ਲੈਂਦੀ ਹਾਂ। ਉੱਥੇ ਜਿੰਨੀ ਦੇਰ ਅਸੀਂ ਰੋਜ਼ ਜਾਂਦੇ ਸੀ ਉਹਨਾਂ ਦੇ ਘਰ, ਇਹਨੂੰ ਸਤਸੰਗ ਦੀ ਆਦਤ ਹੈ, ਜਿੱਦਾਂ ਹੀ ਕੋਈ ਆਉਂਦਾ ਸੀ he used to take ਜਲ ਪ੍ਰਸ਼ਾਦ ਸਮਝ ਕੇ bottles for him, there is no difference of place। ਔਰ ਗੁਰੂ ਜੀ ਦਾ ਦਰਬਾਰ ਹਰ ਥਾਂ ਤੇ ਹੈ, ਤੇ ਗੁਰੂ ਜੀ ਨੇ ਉਹਨੇ ਇੰਨੀ ਸੋਹਣੀ ਟ੍ਰੇਨਿੰਗ ਦਿੱਤੀ ਹੈ ਕਿ ਉਹ ਹਰ ਥਾਂ ਸੇਵਾ ਸਮਝ ਕੇ ਕਰਦਾ ਹੈ। ਤੇ ਜਦੋਂ ਭੋਗ ਵੀ ਪਿਆ ਉਸ ਦਿਨ ਵੀ ਗੁਰੂ ਜੀ ਨੇ ਇਹਨੂੰ ਪ੍ਰੇਰਿਆ ਕਿ ਤੂੰ ਸਾਰੇ ਦਰਬਾਰ 'ਚ, ਗੁਰਦੁਆਰਾ ਸਾਹਿਬ 'ਚ ਸਭ ਨੂੰ ਜੋ ਵੀ ਇਹਨੂੰ ਸੇਵਾ ਕਰਨੀ ਸੀ ਗੁਰੂ ਸਾਹਿਬ ਨੇ ਕਰਾਈ। ਐਂਡ ਕਿਸੇ ਨੇ ਇਹਨੂੰ ਕਿਹਾ ਕਿ ਅਸੀਂ ਬਾਹਰ ਜਾ ਰਹੇ ਹਾਂ, ਤੂੰ ਬਾਹਰ ਜਾਣਾ ਹੈ, ਤੇ ਕਹਿੰਦਾ ਨਹੀਂ, ਮੈਂ ਪਾਠ ਸੁਣਨਾ। ਇਹ ਅਨੂ ਨੇ ਨਹੀਂ ਕੀਤਾ, ਇਹ ਉਹਦੀ ਰੂਹ ਨੂੰ, ਪਰਮਾਤਮਾ ਦੀ ਰੂਹ ਨੇ ਸਿਖਾਇਆ ਹੈ ਕਿ ਜਿੱਥੇ ਪਾਠ ਹੁੰਦਾ ਉੱਥੇ ਚੁੱਪ ਕਰਕੇ ਬਹਿਣਾ, ਤੇ ਉੱਥੇ ਬਾਹਰ ਨਹੀਂ ਜਾਣਾ, ਕਿਉਂਕਿ ਉਹ ਸੰਗਤ ਅਟੈਂਡ ਕਰਦਾ ਹੈ। ਉਹਦੇ ਲਈ ਕੋਈ ਫਰਕ ਨਹੀਂ ਹੈ ਕਿ ਉਹ ਗੁਰਦੁਆਰਾ ਸਾਹਿਬ ਹੈ ਜਾਂ ਸਤਸੰਗ ਦਾ ਦਵਾਰ ਹੈ। ਇਹ ਗੁਰੂ ਜੀ ਉਹਨੂੰ ਸਿਖਾ ਰਹੇ ਹੈ ਔਰ ਗੁਰੂ ਜੀ ਹੀ ਉਹਨੂੰ ਰੋਕ ਰਹੇ ਹੈ, ਮੇਰੀ ਕੋਈ ਇੰਟਰਫੇਰੈਂਸ ਨਹੀਂ ਹੈ। ਪਿਛਲੇ ਹਫਤੇ ਉਹਨੇ ਇੰਨੀ ਡੀਪ ਗੱਲ ਕਹੀ, ਮੈਨੂੰ ਕਹਿੰਦਾ ਮੰਮਾ ਸੇਵਾ ਕਰਨੀ ਹੈ, ਐਂਡ ਇਟ ਵਾਸ ਈਵਨਿੰਗ। ਆਈ ਸੈਡ ਹਲੇ ਤਾਂ ਸਤਸੰਗ ਦਾ ਟਾਈਮ ਨਹੀਂ ਹੋਇਆ ਜ਼ੂਮ ਦਾ, ਤੇ ਅੱਜ ਆਪਾਂ ਕਿਤੇ ਫਿਜ਼ੀਕਲ ਸੰਗਤ 'ਚ ਜਾਣਾ ਨਹੀਂ। ਕਹਿੰਦਾ ਨਹੀਂ ਮੰਮਾ ਮੈਂ ਸੇਵਾ ਕਰਨੀ ਹੈ, ਕਿਚਨ 'ਚ ਭਾਂਡੇ ਪਏ ਆ। ਸੋ ਸੇਵਾ ਹਰ ਥਾਂ ਹੁੰਦੀ ਹੈ, ਜਿੱਥੇ ਵੀ ਅਸੀਂ ਇੱਕ ਦੂਜੇ ਲਈ ਕੇਅਰ ਕਰਦੇ ਹਾਂ, ਉਹ ਸੇਵਾ ਹੈ। ਉਹ ਨਿੱਕੇ ਜਿਹੇ ਬੱਚੇ ਨੇ ਮੈਨੂੰ ਸਿਖਾਇਆ, ਅਸੀਂ ਭੁੱਲ ਜਾਂਦੇ, ਸਾਰੇ ਜਾਣਦੇ, ਬਟ ਉਹਨੇ ਮੈਨੂੰ ਸਿਖਾਇਆ। ਉਸ ਤੋਂ ਬਾਅਦ ਹੁਣ ਵਿਸਾਖੀ ਦਾ ਸਤਸੰਗ ਮੇਰਾ ਮਿਸ ਹੋ ਗਿਆ, ਤੇ ਵਿਸਾਖੀ ਵਾਲੇ ਦਿਨ ਹੀ ਮੈਨੂੰ ਗੁਰੂ ਸਾਹਿਬ ਨੇ ਵੀਜ਼ਾ ਦਿੱਤਾ ਸੀ ਫॉर US। ਐਂਡ ਮੈਨੂੰ ਐਮਬੈਸੀ ਤੋਂ ਫੋਨ ਆਇਆ ਕਿ ਕਲੈਕਟ ਯੋਰ ਪਾਸਪੋਰਟ ਐਂਡ ਤੇ ਮੈਂ ਤੇ ਮੇਰੇ ਫਾਦਰ ਨੇ ਕਿਹਾ ਵੀ ਅੱਜ ਤਾਂ ਵਿਸਾਖੀ ਦੀ ਛੁੱਟੀ ਹੈ, ਪਰ ਚਲੋ ਲੈਟਸ ਗੋ ਐਂਡ ਸੀ, ਸਿੰਸ ਉਹ US ਦੇ ਹੌਲੀਡੇਜ਼ ਫੋਲੋ ਕਰਦੇ ਆ। ਸੋ ਮਾਈ ਪਾਸਪੋਰਟ ਇਜ਼ ਸਟੈਂਪਡ April 13th, ਗੁਰੂ ਜੀ ਦੀ ਤਰੀਕੇ। ਔਰ ਮੈਂ ਬਹੁਤ ਐਕਸਾਈਟਿਡ ਸੀ ਕਿਉਂਕਿ ਮੇਰੇ ਗ੍ਰੇਟ ਗ੍ਰੈਂਡ ਮਮ, ਮੇਰੇ ਭੂਆ ਜੀ ਐਂਡ ਮੇਰੇ ਡੈਡ ਦੇ ਚਾਚੀ ਜੀ ਦਾ ਬਰਥਡੇ ਵਿਸਾਖੀ ਵਾਲੇ ਦਿਨ ਹੁੰਦਾ ਹੈ। ਸੋ ਇਹਨਾਂ ਤਿੰਨਾਂ ਦੀ ਇੱਕ ਇਕੱਠੀ ਪਿਕਚਰ ਹੈ। ਸੋ ਇਟਸ ਅ ਵੈਰੀ ਬਿਗ ਡੇ ਐਂਡ ਵਿਸਾਖੀ ਐਜ਼ ਇਜ਼ ਫॉर ਪੰਜਾਬੀਜ਼ ਐਂਡ ਖਾਲਸਾ ਪੰਥ ਦੀ ਸਾਜਨਾ ਹੋਣਾ ਇਜ਼ ਬਿਗ ਥਿੰਗ। ਸੋ ਮੈਂ ਨਹੀਂ ਜਾ ਪਾਈ ਸਤਸੰਗ ਲਈ, ਕਿਉਂਕਿ ਗੁਰੂ ਜੀ ਨੇ ਕਿਹਾ ਵੀ ਨਹੀਂ, ਧੌਲ ਧਰਮ ਦਿਆ ਦਾ ਪੁੱਤ, ਪਹਿਲਾਂ ਤੈਨੂੰ ਜੇ ਤੇਰੇ 'ਚ ਦਇਆ ਨਹੀਂ ਹੈ ਤਾਂ ਧਰਮ ਨਹੀਂ ਹੈ। ਸੋ ਉਹਨਾਂ ਨੇ ਮੈਨੂੰ ਸਮਝਾਇਆ ਕਿ ਦਇਆ ਮੀਨਸ ਬੀਇੰਗ ਵਿਦ ਹਰ, ਕੰਪੈਸ਼ਨ, ਤਾਂ ਹੀ ਧਰਮ ਹੋਏਗਾ। ਜਦੋਂ ਇਹ ਦੋਨੋਂ ਆਣਗੇ, ਜਦੋਂ ਦਇਆ ਤੁਹਾਨੂੰ ਦਇਆ ਆਉਂਦੀ ਹੈ, ਤੁਸੀਂ ਧਰਮ ਦੇ ਨੇੜੇ ਜਾਓਗੇ।
ਫਿਰ ਤੇਰੀ ਨੈਕਸਟ ਸਟੇਜ ਹੋਏਗੀ ਕਿ ਤੈਨੂੰ ਕਿਸੇ ਨਾਲ ਵੀ ਅਟੈਚਮੈਂਟ ਨਹੀਂ ਹੋਏਗੀ। ਸੋ ਉਹਨਾਂ ਨੇ ਸਿਖਾਇਆ ਕਿ ਕੁੜੀ ਜਿਹੜੀ ਰੋਂਦੀ ਹੁੰਦੀ ਸੀ ਵੀ ਮੈਂ ਸਤਸੰਗ ਤੇ ਨਹੀਂ ਜਾ ਸਕਦੀ, ਹੁਣ ਉਹ ਕਹਿੰਦੀ ਹੈ, ਲੈ ਕੇ ਜਾਣਾ ਹੈ ਤਾਂ ਵੀ ਤੁਹਾਡੀ ਮਰਜ਼ੀ, ਨਹੀਂ ਲੈ ਕੇ ਜਾਣਾ ਤਾਂ ਵੀ ਤੁਹਾਡੀ ਮਰਜ਼ੀ। ਇਹ ਗੁਰੂ ਜੀ ਨੇ ਸਿਖਾਇਆ, ਵੀ ਕੈਨ ਡੂ ਐਨੀਥਿੰਗ। ਸੋ ਪਹਿਲਾਂ ਦਇਆ, ਫਿਰ ਧਰਮ, ਫਿਰ ਤੁਹਾਡੇ ਅੰਦਰ ਜਿਹੜਾ ਮੋਹ ਹੁੰਦਾ ਹੈ ਉਹ ਘਟਦਾ ਹੈ। ਔਰ ਜਦੋਂ ਮੋਹ ਘਟਦਾ ਹੈ, ਫਿਰ ਹਿੰਮਤ ਆਉਂਦੀ ਹੈ, ਫਿਰ ਤੁਸੀਂ ਸੱਚ ਬੋਲਦੇ ਹੋ, ਰਿਸਪੈਕਟਫੁਲੀ ਸੱਚ ਬੋਲਦੇ ਹੋ, ਫਰਮਲੀ ਸੱਚ ਬੋਲਦੇ ਹੋ, ਆਪਣੀ ਮਰਿਆਦਾ 'ਚ ਰਹਿ ਕੇ ਪੋਲਾਈਟਨੈਸ ਦੇ ਨਾਲ ਸੱਚ ਬੋਲਦੇ ਹੋ, ਕਿਉਂਕਿ ਫਿਰ ਉਹ ਪ੍ਰਮਾਤਮਾ ਤੁਹਾਨੂੰ ਨਿਰਭਉ ਬਣਾਉਂਦਾ ਹੈ। ਤੁਹਾਡੇ ਮਨ 'ਚ ਕਿਸੇ ਲਈ ਵੈਰ ਨਹੀਂ, ਤੁਸੀਂ ਸੱਚ ਕਹਿੰਦੇ ਹੋ ਜੋ ਤੁਹਾਨੂੰ ਪ੍ਰਮਾਤਮਾ ਬੁਲਵਾਉਣ ਦੀ ਹਿੰਮਤ ਦਿੰਦੇ। ਜਦੋਂ ਇਹ ਹਿੰਮਤ ਆਉਂਦੀ ਹੈ, ਫਿਰ ਤੁਹਾਡੇ ਅੰਦਰ ਉਹ ਸਾਹਿਬੀ ਆ ਜਾਂਦੀ ਹੈ ਜੋ ਗੁਰੂ ਸਾਹਿਬ 'ਚ ਹੈ। ਤੁਸੀਂ ਉਹਨਾਂ ਦੀ ਹੀ ਇਮੇਜ ਬਣ ਜਾਂਦੇ ਹੋ। ਤੁਸੀਂ ਤੁਰਦੇ ਫਿਰਦੇ ਵੀ ਹੋ ਤਾਂ ਲੋਕ ਤੁਹਾਨੂੰ ਪੁੱਛਦੇ ਹੈ ਕਿ ਤੁਸੀਂ ਕਿਹਦੀ ਸੰਗਤ ਹੋ, ਤੁਸੀਂ ਕਿਹੜੇ ਗੁਰੂ ਨੂੰ ਦੀ ਚਰਨ ਸ਼ਰਨ ਚੋਂ। ਸੋ ਗੁਰੂ ਜੀ ਨੇ ਸਿਖਾਇਆ, ਔਰ ਸਿਖਾਉਣ ਤੋਂ ਬਾਅਦ ਗੁਰੂ ਜੀ ਨੇ ਕੀ ਕੀਤਾ ਕਿ ਮੇਰੇ ਇੱਕ ਫਰੈਂਡ ਹੈਗੇ ਹੈ ਜੋ ਮੇਰੇ ਮਦਰ ਇਨ ਲਾ ਦੇ ਫਰੈਂਡ ਸੀ ਬੇਸਿਕਲੀ। ਉਹਨਾਂ ਦਾ ਏਜ ਡਿਫਰੈਂਸ ਬਹੁਤ ਸੀ, ਸਾਡੇ ਨਾਲ ਥੋੜਾ ਘੱਟ ਹੈ, ਬਟ ਗੁਰੂ ਜੀ ਨੇ ਉਹਨਾਂ ਨੂੰ ਇੰਟਰੋਡਿਊਸ ਕੀਤਾ ਐਂਡ ਉਹਨਾਂ ਨੇ ਦੱਸਿਆ ਕਿ ਸਾਰੇ ਮੇਰੇ ਹੀ ਹੈ। ਸ਼ੀ ਇਜ਼ ਫਰਮ ਪਾਕਿਸਤਾਨ, ਸ਼ੀ ਇਜ਼ ਅ ਮੁਸਲਿਮ। ਸ਼ੀ ਟੈਲਸ ਮੀ, ਅਨੂ ਇੱਥੇ ਇੱਕ ਗੁਰਦੁਆਰਾ ਸਾਹਿਬ ਹੈ, ਉੱਥੇ ਮੇਰੀ ਇੱਕ ਫਰੈਂਡ ਹੈ, ਮੈਂ ਤੁਹਾਨੂੰ ਉਹਨਾਂ ਨਾਲ ਇੰਟਰੋਡਿਊਸ ਕਰਨਾ ਚਾਹੁੰਦੀ ਹਾਂ ਤੇ ਤੁਸੀਂ ਚੱਲੋਗੇ? ਆਈ ਸੈਡ ਦੇਖਦੇ ਹਾਂ, ਜੇ ਗੈਸਟਸ ਰੁਕਣਗੇ ਆਫਟਰ ਦ ਫਿਊਨਰਲ ਮੁਸ਼ਕਿਲ ਹੈ, ਵਿਲ ਪਲੇ ਇਟ ਬਾय ਦ ਈਅਰ ਜਿੱਦਾਂ ਹੁੰਦਾ। ਸੋ ਗੁਰੂ ਸਾਹਿਬ ਲੈ ਕੇ ਗਏ, ਹੀ ਇਜ਼ ਬਿਯੋਂਡ ਵਰਡਸ। ਉੱਥੇ ਗਏ, ਉੱਥੇ ਬਹੁਤ ਸਾਰੇ ਲੋਕ ਸੀ, ਟੈਂਟਸ ਲੱਗੇ ਹੋਏ ਸੀ। ਸੋ ਜਿੱਦਾਂ ਹੀ ਉੱਥੇ ਕਦਮ ਰੱਖਿਆ, ਉਹ ਕਹਿੰਦੇ ਅਸੀਂ ਇਸ ਹਫਤੇ, ਇੱਕ ਹਫਤੇ ਬਾਅਦ ਸੰਗਤ ਜੀ, ਅਸੀਂ ਅੱਜ ਵਿਸਾਖੀ ਮਨਾ ਰਹੇ। ਕੈਨ ਯੂ ਬਿਲੀਵ ਇਟ ਵਾਟ ਗੁਰੂ ਜੀ ਡਸ? ਸੋ ਉਹ ਕਹਿੰਦੇ ਆ ਤੁਸੀਂ ਮੇਰੇ ਹੁਕਮ 'ਚ ਰਹੋ, ਮੈਂ ਤੁਹਾਨੂੰ, ਤੁਸੀਂ ਨਜ਼ਾਰੇ ਦੇਖੋ, ਮੈਂ ਤੁਹਾਨੂੰ ਦਿਖਾਊਂਗਾ। ਸੋ ਹਿਜ਼ ਪਲੈਨਿੰਗ, ਅਸੀਂ ਪਪਟਸ ਹਾਂ, ਹੀ ਇਜ਼ ਦ ਡੂਅਰ। ਕੋਈ ਕੁਛ ਨਹੀਂ ਕਰ ਸਕਦਾ। ਅੱਜ ਵਾਲੀ ਸੰਗਤ ਲਈ ਆਈ ਡੂ ਨਾਟ ਕੀਪ ਟਰੈਕ ਆਫ WhatsApp, ਬਟ ਅੱਜ ਉਹਨਾਂ ਦਾ ਹੁਕਮ ਸੀ। ਅੰਕਲ ਨੇ ਕੱਲ ਮੈਸੇਜ ਕੀਤਾ, ਕਿਸੇ ਕਾਰਨਵਸ਼ ਕੱਲ ਮੈਨੂੰ WhatsApp ਤੇ ਹੋਣਾ ਪਿਆ ਡਿਊਰਿੰਗ ਸੇਵਾ। ਉਹ ਗੁਰੂ ਜੀ ਜਾਣਦੇ, I won't disclose here. So because I was on the phone, I saw uncle's message on time, and here I am with his blessing, doing what he wants me to do. मैं वो बोल रही हूँ जो वो बोल रहे हैं, आवाज मेरी, पर ਕਰਨ ਕਰਾਵਨਹਾਰ ਉਹ ਪਰਮਾਤਮਾ ਹੈ। ਅਸੀਂ ਕੁਛ ਨਹੀਂ ਕਰ ਸਕਦੇ ਸੀ, ਮਹਿਜ਼ ਕਠਪੁਤਲੀਆਂ ਉਹਨਾਂ ਦੇ ਹੱਥ ਤੇ। ਫਿਰ ਗੁਰੂ ਸਾਹਿਬ ਦੀ ਟਾਈਮਿੰਗ ਦੇ ਤੇ ਕਹਿੰਦੇ ਨਾ ਜਿਵੇਂ ਜਿਵੇਂ ਹੁਕਮ, ਤੇ ਉਹਨਾਂ ਨੇ ਪਿਛਲੇ ਤੋਂ ਪਿਛਲੇ ਸਾਲ, ਸ਼ਾਇਦ ਅਗਰ ਟਾਈਮਲਾਈਨ ਸਹੀ ਹੈ ਤਾਂ ਅਸੀਂ ਹਵਾਈ ਸੀ, ਗੁਰੂ ਸਾਹਿਬ ਦਾ ਬਰਥਡੇ ਸੀ, ਇਹੀ ਪਲੇਟਫਾਰਮ ਸੀ ਤੇ ਇਹ ਸੀਗਾ ਕਿ 15 ਮਿੰਟਸ ਦੀ ਸ਼ੇਅਰਿੰਗ ਮਿਲੂਗੀ ਤੁਹਾਨੂੰ, 15 ਮਿੰਟਸ ਤੁਸੀਂ ਗੁਰੂ ਜੀ ਦਾ ਗੁਣਗਾਨ ਕਰਨਾ। ਸੋ ਵਾਟ ਵਾਸ ਦ ਟਾਈਮ, ਉਸ ਟਾਈਮ ਤੇ ਕੋਈ ਸੰਗਤ ਜੀ ਸ਼ੇਅਰ ਕਰ ਰਹੀ ਸੀ ਐਂਡ ਸ਼ੀ ਵਾਸ ਸ਼ੇਅਰਿੰਗ ਪ੍ਰੋਫਾਊਂਡ ਸਤਸੰਗਸ ਅਬਾਊਟ ਰੇਨਬੋ, ਅਬਾਊਟ ਆਲ ਇਨ ਕੰਟੀਨਿਊਟੀ, ਜੋ ਉੱਥੇ ਘਟ ਰਿਹਾ ਸੀ ਮੇਰੇ ਨਾਲ, ਐਂਡ ਆਈ ਵਾਸ ਇਨ ਅ ਵਾਈ। ਤੇ ਜਦੋਂ ਮੇਰੀ ਵਾਰੀ ਆਈ ਤੇ ਆਈ ਵਾਸ ਲਾਈਕ, ਓਹ ਹੋ ਬਾਹਰ ਤਾਂ ਲਾਊਡ ਡਾਂਸ ਹੋ ਰਿਹਾ, ਇਟਸ ਫੁੱਲ ਰੂਮ ਮਿਊਜ਼ਿਕ, ਜੇ ਖਿੜਕੀਆਂ ਵੀ ਬੰਦ ਕਰੋ ਇਟਸ ਨਾਟ ਪੋਸੀਬਲ। ਤੇ ਮੈਂ ਆਪਣੇ ਹਸਬੈਂਡ ਨੂੰ ਕਿਹਾ ਕਿ ਕੋਰੀਡੋਰ ਚਲੇ ਜਾਵਾਂ, ਕਹਿੰਦੇ ਇੱਥੇ ਤਾਂ ਤੂੰ ਕੰਟਰੋਲਡ এনवायरमेंट 'ਚ ਹੈ, ਕੋਰੀਡੋਰ 'ਚ ਕੋਈ ਇੱਕਦਮ ਆ ਗਿਆ ਫਿਰ ਤੁਸੀਂ ਕੀ ਕਰੋਗੇ? ਐਸਾ ਯਾ ਯੂ ਰਾਈਟ। ਸੋ ਅਗੇਨ ਕਰਨ ਕਰਾਵਨ ਹਾਰ। ਸੰਗਤ ਜੀ ਜਿੱਦਾਂ ਹੀ ਮੇਰਾ ਨਾਮ ਅਨਾਉਂਸ ਹੋਇਆ, ਉਹਨਾਂ ਨੇ ਕਿਹਾ ਲੈਟਸ ਬ੍ਰੇਕ ਫॉर डिनर। ਸੋ ਦ ਮਿਊਜ਼ਿਕ ਸਟਾਪਡ ਐਂਡ 1 minute or 30 seconds or 2 minutes, I don't remember, ਜਿੱਦਾਂ ਹੀ ਸ਼ੇਅਰਿੰਗ ਖਤਮ ਹੋਈ that music started again. So leave it to him, ਕਿਉਂਕਿ ਮੈਂ ਮਨ ਸੋਚ ਲਿਆ ਸੀ ਕਿ ਮੈਂ ਕਹੂੰਗੀ ਸੌਰੀ ਸੰਗਤ ਜੀ ਪਿੱਛੇ ਬਹੁਤ ਨੋਇਜ਼ ਹੈ, ਬੇਅੰਤ ਸ਼ੁਕਰਾਨਾ ਕਹਿ ਕੇ ਮੈਂ ਬੰਦ ਕਰ ਦੂੰ, ਕਿਉਂਕਿ ਮਰਿਆਦਾ ਇੰਪੋਰਟੈਂਟ ਹੈ, ਬਟ ਹੀ ਡਜ਼ ਇਟ। ਫਿਰ ਜਦੋਂ ਵਾਪਸ ਆਉਣਾ ਸੀਗਾ, ਜਦੋਂ ਫਲਾਈਟ ਲੈਣੀ ਸੀਗੀ ਲਾਸਟ ਈਅਰ ਕੈਨੇਡਾ ਤੋਂ, ਉਦੋਂ ਤੱਕ ਹੁਕਮਨਾਮਾ ਆਇਆ ਨਹੀਂ ਸੀ ਦਰਬਾਰ ਸਾਹਿਬ ਦਾ। I could not send it to the platform where I'm supposed to send. ਮੈਂ ਕਰ ਹੀ ਨਹੀਂ ਸਕੀ ਕਿਉਂਕਿ ਆਇਆ ਹੀ ਨਹੀਂ, ਔਰ ਟਾਈਮਲਾਈਨ ਦੇ ਹਿਸਾਬ ਨਾਲ ਅਸੀਂ ਫਲਾਈਟ 'ਚ ਹੋਣਾ ਸੀ। ਗੁਰੂ ਜੀ ਸੋ ਕਿਊਟ, ਜਿਹੜੀ ਫਲਾਈਟ ਆ ਪਹਿਲਾਂ ਲੈਂਡ ਹੋ ਜਾਂਦੀ ਹੈ, ਕਨੈਕਟਿੰਗ ਫਲਾਈਟ ਲੈਣੀ ਹੈ ਹਲੇ। ਬੜੀ ਖੁਸ਼ ਹੈ ਅਨੂ
ਜਿਹੜੀ ਸੋਚਦੀ ਹੈ ਵਾਓ ਹੋ ਗਿਆ। ਗੁਰੂ ਜੀ ਸੱਚ ਦੱਸਦਾ ਤੈਨੂੰ ਹਲੇ ਕੁਝ ਨਹੀਂ ਹੋਇਆ। ਇਹ ਜਲਦੀ ਆ ਗਈ ਤੇ ਨੈਕਸਟ ਫਲਾਈਟ ਜਲਦੀ ਜਾ ਰਹੀ ਹੈ, ਹੁਕਮਨਾਮਾ ਹੈ ਨਹੀਂ, ਰਿਕਾਰਡ ਕਰਨ ਦਾ ਮੌਕਾ ਨਹੀਂ ਮਿਲ ਰਿਹਾ, ਫਲਾਈਟ ਬੋਰਡਿੰਗ ਹੋ ਰਹੀ ਹੈ। ਗੁਰੂ ਸਾਹਿਬ ਫੁੱਲ ਫਲਾਈਟ 'ਚ ਲੌਗਇਨ ਕਰਾਉਂਦੇ ਆ, ਫੁੱਲ ਭਰੀ ਹੋਈ ਫਲਾਈਟ 'ਚ ਲੌਗਇਨ ਕਰਵਾਉਂਦੇ ਆ, ਹੁਕਮਨਾਮਾ ਬੁਲਵਾਉਂਦੇ ਆ, ਕੰਨ 'ਚ ਕਹਿੰਦੇ ਆ ਵਿਆਖਿਆ ਨਾ ਕਰੀ। ਆਈ ਡੋਂਟ ਨੋ ਕਿਉਂ ਕਿਹਾ, ਮੈਨੂੰ ਨਹੀਂ ਪਤਾ। पूरी फ्लाइट्स जिस बच्चे भी हैं कोई साउंड नहीं है संगत जी, यू कैन गो एंड चेक दैट ओनली वन टाइम आई डिड नॉट डू द व्याख्या, डेट मैंने याद नहीं, आई कैन चेक माई टाइमलाइन। ਤੇ ਮੈਨੂੰ ਵਿਆਖਿਆ ਨਹੀਂ ਕਰਾਉਂਦੇ, ਜਿੱਦਾਂ ਹੀ ਮੈਂ ਕਹਿੰਨੀ ਹੈ ਗੁਰੂ ਸਾਹਿਬ ਕਹਿ ਰਹੇ ਵਿਆਖਿਆ ਫੇਰ ਸੇ ਬਿਕੋਜ਼ ਆਈ ਐਮ ਇਨ ਦ ਫਲਾਈਟ ਸੰਗਤ ਜੀ। ਜਿੱਦਾਂ ਹੀ ਮੈਂ ਕਹਿੰਦੀ ਹਾਂ ਉਦਾਂ ਹੀ ਕੈਪਟਨ ਅਨਾਉਂਸਮੈਂਟ ਕਰਨੀ ਸ਼ੁਰੂ ਕਰ ਦਿੰਦੇ। ਸੋ ਹਿਸ ਟਾਈਮਿੰਗ ਕਿੱਦਾਂ ਇੱਕ ਫੁੱਲ ਫਲਾਈਟ ਸ਼ਾਂਤ ਹੋ ਜਾਂਦੀ ਹੈ, ਕਿੱਦਾਂ ਇੱਕ ਮਿਊਜ਼ਿਕ ਜਿਹੜਾ ਹੈ ਫੁੱਲ ਫਲੈਜ ਡਾਂਸ ਮਿਊਜ਼ਿਕ ਬੰਦ ਹੁੰਦਾ ਹੈ, ਇਹ ਉਹ ਪਰਮਾਤਮਾ ਕਰਦਾ ਹੈ। ਇਟਸ ਆਲ ਅਬਾਊਟ ਹਿਮ। ਐਂਡ ਹੁਣ ਉਹਨਾਂ ਨੇ ਸਿਖਾਤਾ ਜੇ ਨਹੀਂ ਵੀ ਹੁੰਦਾ ਤਾਂ ਵੀ ਰਜ਼ਾ 'ਚ ਹੈ। ਦੈਟ ਇਜ਼ ਅਸੀਂ ਕਹਿੰਦੇ ਨਾ ਅਸੀਂ ਸੋਚਿਆ ਗੁਰੂ ਜੀ ਨੇ ਕਰਾਤਾ, ਅਸੀਂ ਇਹ ਕੀਤਾ ਗੁਰੂ ਜੀ ਨੇ ਕਰਾਤਾ। ਦ ਕੁਐਸਚਨ ਇਜ਼ ਜੇ ਉਹਨਾਂ ਨੇ ਨਹੀਂ ਕਰਾਇਆ ਫਿਰ ਅਸੀਂ ਕੀ ਕਰਦੇ ਹਾਂ। ਦੈਟਸ ਵਾਟ ਹੀ ਇਜ਼ ਟੀਚਿੰਗ। ਔਰ ਉਹ ਜੋ ਵੀ ਦਿੰਦੇ ਆ, ਜੋ ਵੀ ਕਸ਼ਟ ਦਿੰਦੇ ਆ, ਜੋ ਵੀ ਪ੍ਰੋਬਲਮਸ ਦਿੰਦੇ ਆ, ਉਹਦੇ ਪਿੱਛੇ ਬਹੁਤ ਗਹਿਰੀ ਉਹਨਾਂ ਦੀ ਇੱਕ ਕਾਰਨ ਹੁੰਦਾ ਜੋ ਅਸੀਂ ਨਹੀਂ ਸਮਝਦੇ। ਲਾਸਟ ਈਅਰ ਜਦੋਂ ਇਹ ਕਿੰਡਰਗਾਰਟਨ ਸੀ, ਇਹਦਾ ਬਹੁਤ ਕਫ ਐਂਡ ਕੋਲਡ ਹੁੰਦਾ ਰਹਿੰਦਾ ਸੀ ਬਿਕੋਜ਼ ਇਮਿਊਨਿਟੀ ਬਿਲਡਅਪ ਹੋ ਰਹੀ ਹੈ ਬੱਚੇ ਦੀ। ਸੋ ਬਹੁਤ ਜ਼ਿਆਦਾ ਫਲੈਮ ਸੀ, ਇਹਨਾਂ ਨੂੰ ਕਲੀਅਰ ਵੀ ਨਹੀਂ ਕਰਨਾ ਆਉਂਦਾ ਸੀ ਆਪਣਾ ਫਲੈਮ। ਸੋ ਇਹ ਮੈਨੂੰ ਆ ਕੇ ਕਹਿੰਦਾ ਮੰਮਾ ਮੇਰੇ ਨੋਜ਼ 'ਚ ਨਾ ਵੁੱਡ ਚਿਪ ਚਲਾ ਗਿਆ, ਕਿਉਂਕਿ ਇਹਨਾਂ ਦੇ ਪਲੇਗਰਾਊਂਡ 'ਚ ਨੀਚੇ ਬਾਕ ਲਾ ਕੇ ਰੱਖਦੇ ਆ ਤੇ ਤਾਂ ਕਿ ਸੱਟ ਘੱਟ ਵਜੇ। ਐਸਾ ਨੋਜ਼ 'ਚ ਨਹੀਂ ਜਾ ਸਕਦਾ ਬੇਟੇ। ਨੋ ਮੰਮਾ ਚਲਾ ਗਿਆ। ਮੈਂ ਚੈੱਕ ਕਰਾਂ, ਆਈ ਕੁਡਨਟ ਫਾਈਂਡ ਹੈ ਨਾ ਐਨੀਥਿੰਗ। ਤਾਂ ਮੈਂ ਆਪਣੇ ਹਸਬੈਂਡ ਨੂੰ ਫੋਨ ਕਰਕੇ ਕਿਹਾ, ਕਹਿੰਦੇ ਧਿਆਨ ਰੱਖ ਜੇ ਕੋਈ ਪ੍ਰੋਬਲਮ ਹੁੰਦੀ ਹੈ ਇਮੀਡੀਏਟਲੀ ਟੇਕ ਹਿਮ ਟੂ ਦ ਐਮਰਜੈਂਸੀ ਬਿਕੋਜ਼ ਵੀ ਨੋ ENT ਇਜ਼ ਆਲ ਕਨੈਕਟਡ। ਸੋ ਥੋੜੀ ਦੇਰ ਬਾਅਦ ਅਗੇਨ ਹੀ ਹੈਡ ਟੂ ਯੂਜ਼ ਦ ਰੈਸਟਰੂਮ ਟੂ ਕਲੀਅਰ। ਸੰਗਤ ਜੀ ਬਿਲੀਵ ਇਟ ਔਰ ਨਾਟ, ਐਡਾ ਵੱਡਾ ਉਹ ਵੁੱਡ ਚਿਪ ਹਲੇ ਵੀ ਗੁਰੂ ਸਾਹਿਬ ਦੇ ਦਰਬਾਰ 'ਚ ਇੱਕ ਪਾਰਟਿਕੂਲਰ ਥਾਂ ਤੇ ਰੱਖਿਆ ਹੈ ਐਜ਼ ਅ ਰਿਮਾਈਂਡਰ। ਹੁਣ ਕਿਉਂਕਿ ਉਹਨੂੰ ਕੋਲਡ ਸੀਗਾ ਤਾਂ ਟਰੈਵਲ ਨਹੀਂ ਕਰ ਸਕਿਆ, ਉਹ ਉਹਦੇ ਨੋਜ਼ 'ਚ ਹੀ ਰਿਹਾ ਔਰ ਉਹ ਬਾਹਰ ਆ ਗਿਆ। ਸੋ ਅਸੀਂ ਕਹਿੰਦੇ ਬੱਚੇ ਨੂੰ ਜ਼ੁਕਾਮ ਹੋ ਗਿਆ, ਖਾਂਸੀ ਹੋ ਗਈ, ਬੁਖਾਰ ਹੋ ਗਿਆ, ਵੀ ਡੋਂਟ ਨੋ ਵਾਟ ਹੀ ਇਜ਼ ਡੂਇੰਗ। ਜੇ ਉਹਨੂੰ ਕੋਲਡ ਨਹੀਂ ਹੁੰਦਾ, ਉਹੀ ਚੀਜ਼ ਨੇ ਉਹਦੇ ਅੰਦਰ ਜ਼ਖਮ ਕਰ ਦੇਣੇ ਸੀ, ਰੱਬ ਜਾਣੇ ਕੀ ਕਰਨਾ ਸੀ, ਉਹ ਤਾਂ ਪ੍ਰਮਾਤਮਾ ਹੀ ਜਾਣਦੇ ਆ, ਕਿਉਂਕਿ ਉਹੀ ਜਾਣੀ ਜਾਣਾ, ਅਸੀਂ ਕੁਝ ਨਹੀਂ ਕਰ ਸਕਦੇ। ਸੋ ਸ਼ੁਕਰਾਨਾ ਗੁਰੂ ਜੀ ਫॉर एवरीथिंग दैट यू मेक अस गो थ्रू। ਸਭ ਜਾਣਦੇ ਆ ਗੁਰੂ ਸਾਹਿਬ ਨੇ ਕਿਸ ਤਰ੍ਹਾਂ ਜਰਨੀ ਸ਼ੁਰੂ ਕਰਾਈ, ਪਤਾ ਨਹੀਂ ਸੀ ਗੁਰੂ ਸਾਹਿਬ ਦਾ। ਐਂਡ ਵੈਨ ਆਈ ਵਾਸ ਕੈਰਿੰਗ ਹਿਮ, ਉਸ ਟਾਈਮ ਪੀਰੀਅਡ ਤੇ ਗੁਰੂ ਜੀ ਨੇ ਹਰ ਥਾਂ ਤੇ ਮੈਨੂੰ ਗਾਈਡ ਕੀਤਾ ਕਿ ਹੁਣ ਸਟਾਪ ਯੋਰ BP ਮੈਡੀਸਨ। ਹਾਲਾਂਕਿ ਰਿਵੀਲ ਨਹੀਂ ਹੁੰਦਾ ਸੀ, ਬਲੱਡ ਟੈਸਟ ਵੀ ਰਿਵੀਲ ਨਹੀਂ ਹੁੰਦਾ ਸੀ ਦੈਟ ਆਈ ਐਮ ਐਕਸਪੈਕਟਿੰਗ ਹਿਮ। ਤੇ ਜਦੋਂ ਮੈਨੂੰ ਇੰਨੇ ਚੱਕਰ ਆਣੇ ਔਰ ਲੱਗਣਾ ਕਿ ਵਰਟੀਗੋ ਹੈ, ਉਹਨਾਂ ਨੇ ਵਰਟੀਗੋ ਦੀ ਦਵਾਈ ਨਹੀਂ ਖਾਣ ਦਿੱਤੀ। BP ਚੈੱਕ ਕਰਵਾ ਕੇ ਦੱਸਿਆ ਕਿ ਸਟਾਪ ਯੋਰ ਅਟੋਰਵਾਸ, ਜਿਹੜੀ ਉਹਨਾਂ ਨੇ ਪ੍ਰੀਕਾਸ਼ਨਰੀ ਦੇ ਦਿੱਤੀ ਸੀ। ਡਾਕਟਰ ਸੋਚਦੇ ਸੀ ਮੈਂ ਡਾਇਬੀਟਿਕ ਹਾਂ, ਬਟ ਇਟ ਵਾਸ ਜੈਸਟੇਸ਼ਨਲ ਡਾਇਬੀਟੀਜ਼। ਐਂਡ ਉਹਦੇ ਕਰਕੇ ਉਹਨਾਂ ਨੇ ਮੈਨੂੰ ਅਟੋਰਵਾਸ ਦਿੱਤੀ। ਮੈਨੂੰ ਇੰਨੇ ਚੱਕਰ ਆਉਂਦੇ ਸੀ, ਪੂਰਾ ਘਰ ਸ਼ਿਪ ਵਾਂਗ ਹਿਲਦਾ ਸੀ, ਮੈਨੂੰ ਸੌਣ ਤੋਂ ਖਾਣ ਤੋਂ ਡਰ ਲੱਗਦਾ ਸੀ ਬਿਕੋਜ਼ ਜੇ ਮੈਂ ਲੈਫਟ ਸਾਈਡ ਵੀ ਟਰਨ ਕਰਦੀ ਸੀ ਤਾਂ ਵੀ ਪੂਰਾ ਕੰਮ ਘਰ ਸਪਿਨ ਕਰਦਾ ਸੀ ਐਂਡ ਆਈ ਯੂਜ਼ਡ ਟੂ ਥਰੋ ਅਪ। ਸੋ ਗੁਰੂ ਸਾਹਿਬ ਨੇ ਅਟੋਰਵਾਸ ਬੰਦ ਕਰਵਾਤੀ ਕਿਉਂਕਿ BP ਲੋ ਆ ਰਿਹਾ ਸੀ ਇਨ ਦਾ BP ਮੋਨੀਟਰ। ਜੇ ਕੰਟੀਨਿਊ ਕਰਦੀ ਇਟ ਇਜ਼ ਹਾਰਮਫੁਲ ਫॉर द ਫੀਟਸ। ਬਿਨਾਂ ਜਾਣੇ ਉਹਨਾਂ ਨੇ ਹੈਲਪ ਕੀਤੀ ਔਰ ਮੈਂ ਗੁਰੂ ਜੀ ਨੂੰ ਨਹੀਂ ਜਾਣਦੀ। ਸਿਰਫ ਜਲੰਧਰ ਮੰਦਿਰ ਲੈ ਕੇ ਗਏ, ਆਪਣਾ ਸਰੂਪ ਭੇਜਿਆ, ਮਾਲਾ ਸਰੂਪ ਭੇਜਿਆ, ਲਾਈਟ ਆਫ ਡਿਵਿਨਿਟੀ ਗ੍ਰੰਥ ਭੇਜਿਆ। ਉਦੋਂ ਬੁੱਕ ਕਹਿੰਦੀ ਸੀ, ਪਤਾ ਨਹੀਂ ਹੈ ਗੁਰੂ ਜੀ ਬਾਰੇ। ਫਿਰ ਉਹਨਾਂ ਨੇ ਮੈਨੂੰ ਦੁਬਾਰਾ ਪ੍ਰੇਰਿਆ ਥਰੂ ਮਾਈ ਹਸਬੈਂਡ ਕਿ ਟੈਸਟ ਕਰੋ ਐਂਡ ਆਈ ਟੈਸਟਡ ਪੋਜ਼ਿਟਿਵ ਫॉर ਪ੍ਰੈਗਨੈਂਸੀ। ਜਦੋਂ ਡਾਕਟਰ ਕੋਲ ਗਏ ਤਾਂ ਕਹਿੰਦੇ ਤੁਹਾਡਾ ਫਸਟ ਟ੍ਰਾਈਮੈਸਟਰ ਫਿਨਿਸ਼ ਹੋ ਚੁੱਕਿਆ ਹੈ, ਸੋ ਵੀ ਵਾਂਟ ਟੂ ਡੂ ਸਰਟਨ ਟੈਸਟਸ। ਤੇ ਟੈਸਟ ਕਰਨ ਲਈ ਉਹਨਾਂ ਨੇ ਕਿਹਾ ਮਿਊਨੋਸਾਈਟਸ ਕਰਦੇ ਆ ਤਾਂ ਹਾਰਮਫੁਲ ਹੋ ਸਕਦਾ, ਯੂ ਕੈਨ ਲੂਜ਼ ਦ ਚਾਈਲਡ, ਕਿਉਂਕਿ ਟ੍ਰਾਈਮੈਸਟਰ ਬੀਤ ਚੁੱਕਿਆ। ਸੋ ਵੀ ਡਿਸਾਈਡਡ ਨਹੀਂ ਤੁਸੀਂ ਬਲੱਡ ਵਰਕ ਲੈ ਲਓ। ਬਲੱਡ ਵਰਕ ਦੇ ਨਾਲ ਉਹਨਾਂ ਨੇ ਕਿਹਾ ਕਿ
you have gestational diabetes, then they ran other tests also, ਤੇ ਬਟ ਤੁਹਾਡੇ ਬੱਚੇ ਨੂੰ ਡਾਊਨ ਸਿੰਡਰੋਮ ਹੈ। ਗੁਰੂ ਜੀ ਦੀ ਭਾਣਾ ਮੰਨਿਆ ਕਿ ਕੋਈ ਨਹੀਂ, ਹੁਣ ਕੁਛ ਨਹੀਂ ਕਰ ਸਕਦੇ, ਸਾਡੀ ਕਿਸਮਤ 'ਚ ਦੁੱਖ ਲਿਖੇ ਹੈ, ਸੇਵਾ ਕਰਨੀ ਲਿਖਿਆ ਤਾਂ ਸੇਵਾ ਕਰਾਂਗੇ ਬੱਚੇ ਦੀ, ਨਾਟ ਇਨ ਐਜ਼ ਅ ਅਹੰਕਾਰ, ਐਜ਼ ਅ ਥਿੰਗ ਵੀ ਅਸੀਂ ਇੱਕ ਕਤਲ ਨਹੀਂ ਕਰ ਸਕਦੇ ਇੱਕ ਬੱਚੇ ਦਾ। ਸੋ ਉਹਨਾਂ ਨੇ ਕਿਹਾ ਸੀ ਐਡਵਾਂਸ ਟੈਸਟ ਕਰਨਾ ਚਾਹੁੰਦੇ ਆ, ਪਤਾ ਕਰਨਾ ਚਾਹੁੰਦੇ ਆ ਕਿ what is the level of deformity or whatever they were thinking. ਉਹਨਾਂ ਨੇ ਬਲੱਡ ਲਿੱਤਾ ਐਂਡ ਦੇ ਟੋਲਡ ਮੀ ਇਸ ਡੇਟ ਨੂੰ ਤੁਹਾਡਾ ਟ੍ਰਾਈਮੈਸਟਰ ਖਤਮ ਹੋਇਆ, ਐਂਡ the best Valentine's ever 2017 ਦਾ ਵਾਸ ਜਦੋਂ ਮੈਨੂੰ ਮੈਸੇਜ ਮਿਲਿਆ ਗੁਰੂ ਜੀ ਦਾ ਕਿ ਬੱਚੇ ਨੂੰ ਡਾਊਨ ਸਿੰਡਰੋਮ ਨਹੀਂ ਹੈ। ਮੈਨੂੰ ਨਹੀਂ ਪਤਾ ਕਿ ਗੁਰੂ ਜੀ ਦੱਸ ਰਹੇ ਹੈ, ਮੈਂ ਸਿਰਫ ਪਾਠ ਕਰਦੀ ਸੀ ਬਚਪਨ ਤੋਂ, ਐਂਡ ਜਿੱਦਾਂ ਮੇਰੇ ਹਸਬੈਂਡ ਦੀ ਜਰਨੀ ਐਵਰੀਬਡੀ ਹੈਜ਼ ਹਰਡ ਦੈਟ ਪਾਰਟ ਕਿ ਉਹ ਨਹੀਂ ਸੀ ਤਾਂ ਮੈਂ ਸਿਰਫ ਪਾਠ ਹੀ ਕਰਦੀ ਸੀ, ਤੇ ਉਹ ਮੈਨੂੰ ਲੱਗਿਆ ਪ੍ਰਮਾਤਮਾ ਨੇ ਸੁਣ ਲਈ, ਬੇਅੰਤ ਸ਼ੁਕਰਾਨਾ ਕੀਤਾ ਰੱਬ ਦਾ, ਉਦੋਂ ਗੁਰੂ ਜੀ ਦਾ ਨਹੀਂ ਪਤਾ ਸੀ। ਫਿਰ ਜਦੋਂ ਇਹ ਅੱਗੇ ਮੇਰੀ ਪ੍ਰੈਗਨੈਂਸੀ ਫਰਦਰ ਜਾਂਦੀ ਰਹੀ ਤਾਂ ਉਹਨਾਂ ਨੇ ਕਿਹਾ ਤੁਸੀਂ ਹਾਈ ਰਿਸਕ ਪ੍ਰੈਗਨੈਂਸੀ ਤੇ ਹੋ, ਬਿਕੋਜ਼ ਆਈ ਵਾਸ 42 ਵੈਨ ਆਈ ਵਾਸ ਕੈਰਿੰਗ ਹਿਮ। ਆਈ ਮੈਰਿਡ ਲੇਟ ਬਿਕੋਜ਼ ਆਫ ਮਾਈ ਮਦਰ, ਮੈਂ ਉਹਨਾਂ ਦਾ ਧਿਆਨ ਰੱਖਦੀ ਸੀ, ਤੇ ਜਦੋਂ ਉਹ ਆਪਣਾ ਸਰੀਰ ਨਹੀਂ ਛੱਡ ਰਹੀ ਸੀ ਤਾਂ ਵਨ ਆਫ ਮਾਈ ਮਾਸੀ ਸੈਡ ਕਿ ਉਹਦੇ ਮਨ 'ਚ ਤੇਰਾ ਵਿਆਹ ਕਰਨਾ ਲਿਖਿਆ। ਸੋ ਉਹਨਾਂ ਦੀ ਇੱਛਾ ਪੂਰੀ ਕਰਨ ਲਈ ਮੇਰੇ ਤੋਂ ਗੁਰੂ ਜੀ ਨੇ ਇਹ ਡਿਸੀਜਨ ਲਵਾਇਆ, ਐਂਡ ਸਾਡਾ ਕਰਨ ਹੈ ਉਹਨਾਂ ਨੇ ਕਿਹਾ ਸੀ ਆਪਣੇ ਮੂੰਹ ਤੋਂ। ਇਸ ਲਈ ਜਦੋਂ ਉਹਨਾਂ ਦੇ ਨਾਲ ਸਭ ਕੁਝ ਹੋ ਰਿਹਾ ਸੀ ਵਿਆਹ ਤੋਂ ਪਹਿਲਾਂ ਹੀ, ਗੁਰੂ ਜੀ ਨੇ ਕਿਹਾ ਨੋ ਹੀ ਇਜ਼ ਦ ਵਨ। ਉਹ ਬਹੁਤ ਲੰਬਾ ਸਤਸੰਗ ਹੈ, ਵਿਲ ਸ਼ੇਅਰ ਸਮ ਅਦਰ ਟਾਈਮ, ਕਿ ਕਿੱਦਾਂ ਉਹਨਾਂ ਨੇ ਰਿਵੀਲ ਕਰਕੇ ਕਿਹਾ ਕਿ ਇੱਥੇ ਹੀ ਕਰਨਾ ਹੈ। ਸੋ ਉਸ ਪੂਰੇ ਪ੍ਰੋਸੈਸ 'ਚ ਰੱਬ ਦਾ ਆਸਰਾ ਸੀਗਾ, ਔਰ ਹਾਈ ਰਿਸਕ ਪ੍ਰੈਗਨੈਂਸੀ ਸੀ ਕਿਉਂਕਿ ਏਜ ਫੈਕਟਰ ਵਾਜ਼ ਅਗੇਂਸਟ ਮੀ। ਤੇ ਮੈਂ ਆਪਣੇ ਡਾਕਟਰ ਨੂੰ ਕਹਿੰਦੀ ਹਾਂ ਗੁਰੂ ਜੀ ਦੇ ਤਰੀਕੇ ਦੇਖੋ, ਮੇਰੀ OB-GYN ਦਾ ਨਾਮ ਸੀ ਓਲਗਾ ਥੋਰਨ। ਜਦੋਂ ਬਾਅਦ 'ਚ ਪਤਾ ਚੱਲਿਆ ਕਿ ਗੁਰੂ ਜੀ ਦੀ ਸੰਗਤ ਹੈ ਤਾਂ ਉਹਨਾਂ ਨੇ ਸਮਝਾਇਆ ਨਾ, ਮੈਂ ਤੇਰੇ ਨਾਲ ਹਰ ਪਲ ਖੜਾ ਸੀ, ਤੈਨੂੰ ਪਤਾ ਨਹੀਂ। ਸੋ ਉਹਨਾਂ ਨੇ ਕਿਹਾ ਵੀ ਤੁਸੀਂ ਆਪਣੇ ਆਪ ਲਈ ਡੇਟ ਪਿਕ ਕਰ ਲਓ, ਫੁੱਲ ਟਰਮ ਨਹੀਂ ਅਸੀਂ ਕਰਨ ਦਿੰਦੇ ਹਾਈ ਰਿਸਕ ਪ੍ਰੈਗਨੈਂਸੀ 'ਚ। ਸੋ ਆਈ ਲਾਈਕਡ 9 ਐਜ਼ ਅ ਨੰਬਰ, ਆਈ ਸੈਡ 9th ਇਟਸ ਓਕੇ। ਗੁਰੂ ਜੀ ਨਿਊ ਕਿ 7 ਦੀ ਮੇਰੀ ਲਾਈਫ 'ਚ ਕਿੰਨੀ ਇੰਪੋਰਟੈਂਸ ਹੈ, ਤਾਂ ਉਹਨਾਂ ਨੇ ਖੇਡਿਆ। ਮੈਂ ਆਪਣੀ ਡਾਕਟਰ ਨੂੰ ਕਹਿੰਦੀ ਹਾਂ 30th ਮਈ ਨੂੰ ਮੇਰਾ ਸੀ ਚੈੱਕਅਪ, ਕਿ ਮੈਨੂੰ ਲੱਗਦਾ ਹੈ ਕਿ ਮੈਨੂੰ ਕੋਲੇਸਟੇਸਿਸ ਹੈ। ਸ਼ੀ ਸੇਜ਼ ਹਾਊ ਡੂ ਯੂ ਨੋ, ਆਰ ਯੂ ਅ ਡਾਕਟਰ? ਮੈਂ ਕਿਹਾ ਨਹੀਂ। ਕਹਿੰਦੇ ਤੈਨੂੰ ਇਸ ਟਰਮ ਦਾ ਕਿੱਦਾਂ ਪਤਾ? ਮੈਂ ਕਿਹਾ ਮੈਨੂੰ ਨਹੀਂ ਪਤਾ, ਮੇਰੇ ਫਾਦਰ ਇਨ ਲਾਅ ਡਾਕਟਰ ਸੀ, ਸ਼ਾਇਦ ਉਹ ਮੈਨੂੰ ਟੈਲੀਪੈਥਿਕਲੀ, ਕਿਉਂਕਿ ਟੈਲੀਪੈਥੀ ਦਾ ਪਤਾ ਸੀ ਮੈਨੂੰ ਕਿ ਟੈਲੀਪੈਥਿਕਲੀ ਆਪਣੇ ਪੋਤੇ ਨੂੰ ਬਚਾਉਣ ਲਈ ਹੀ ਇਜ਼ ਗਾਈਡਿੰਗ ਮੀ। ਇਹ ਥੋੜ੍ਹਾ ਨਾ ਪਤਾ ਸੀ ਗੁਰੂ ਜੀ ਦੱਸ ਰਹੇ ਆ, ਔਰ ਮੈਂ ਕਦੇ ਟਰਮ ਨਹੀਂ ਸੁਣੀ ਸੀ ਸੰਗਤ ਜੀ, ਮੈਂ ਕਦੇ ਵਰਡ ਨਹੀਂ ਸੁਣਿਆ ਸੀ। ਸੋ ਉਹ ਕਹਿੰਦੇ ਅਸੀਂ ਟੈਸਟ ਕਰਦੇ ਹਾਂ ਸੰਗਤ ਜੀ, ਆਈ ਟੈਸਟਡ ਪੋਜ਼ਿਟਿਵ। ਕੋਲੇਸਟੇਸਿਸ ਹੁੰਦਾ ਤੁਹਾਡਾ ਲਿਵਰ ਜਿਹੜਾ ਬਾਈਲ ਇੰਨਾ ਜ਼ਿਆਦਾ ਪ੍ਰੋਡਿਊਸ ਕਰਦਾ ਹੈ ਵਿਚ ਕੈਨ ਕਿਲ ਦ ਫੀਟਸ ਐਂਡ ਦੈਨ ਅਲਟੀਮੇਟਲੀ ਦ ਮਦਰ। ਤੇ ਕਿਉਂਕਿ ਅਸੀਂ ਇਹੀ ਜੀ ਕੰਟਰੀ 'ਚ ਜਿੱਥੇ ਸਾਨੂੰ ਸੁਣਦੇ ਆ, ਉਹਨਾਂ ਨੇ ਟੈਸਟ ਕੀਤਾ, ਐਂਡ ਜਦੋਂ ਮੇਰੀ ਨੈਕਸਟ ਅਪਾਇੰਟਮੈਂਟ ਸੀ ਉਦੋਂ ਤੱਕ ਰਿਜ਼ਲਟ ਆ ਗਿਆ, ਐਂਡ ਦੈਟ ਵਾਸ 6th of June। ਸ਼ੀ ਸੇਜ਼ ਯੂ've ਟੈਸਟਡ ਪੋਜ਼ਿਟਿਵ। ਮੈਂ ਹੱਸ ਕੇ ਦੱਸ ਰਹੀ ਕਿਉਂਕਿ ਗੁਰੂ ਜੀ ਦੇ ਰੰਗ ਹੈ, ਸ਼ੁਕਰਾਨਾ ਹੈ ਉਹਨਾਂ ਦਾ ਵੀ ਉਹਨਾਂ ਨੇ ਦੱਸਿਆ। ਸੋ ਆਈ ਸੈਡ ਫਿਰ ਸ਼ੀ ਸੇਜ਼ ਯੂ ਹੈਵ ਟੂ ਇਮੀਡੀਏਟਲੀ ਐਡਮਿਟ ਹੋਣਾ ਪਊਗਾ ਤੁਹਾਨੂੰ। ਤੇ ਫਟਾਫਟ ਸਿਸਟਰ ਨਾਲ ਨੂੰ ਫੋਨ ਕੀਤਾ, ਐਂਡ everything was in order according to them। ਤਾਂ ਕਹਿੰਦੇ ਵੀ ਵਿਲ ਨੈਚੁਰਲੀ ਇੰਡਿਊਸ ਯੂ, ਤੇ ਮੈਨੂੰ ਉਹਨਾਂ ਨੇ ਇੰਡਿਊਸ ਕੀਤਾ। ਇਨ ਦ ਮੀਨ ਟਾਈਮ ਮੈਨੂੰ ਨਰਸ ਨੇ ਇਹਨੂੰ ਮੋਨੀਟਰ ਤੇ ਲਾਇਆ ਸੀ ਥਰੂ ਅ ਗੈਜਟ ਔਨ ਮਾਈ ਟਮੀ, ਐਂਡ ਮੈਨੂੰ ਵੀ ਮੋਨੀਟਰ ਕਰ ਰਹੀ ਸੀ। ਸਡਨਲੀ ਨਰਸ ਨੇ ਆ ਕੇ ਕਿਹਾ ਔਨ ਯੋਰ 4's ਮਿਸ ਕਾਲ। ਆਈ ਵਾਸ ਲਾਈਕ ਵਾਟ ਹੈਪਨ? ਦੱਸ ਦਿੰਦੇ ਆ ਇੱਥੇ। ਕਹਿੰਦੇ ਜੀ ਤੁਹਾਡੇ ਬੱਚੇ ਦੀ ਹਾਰਟ ਬੀਟ ਡ੍ਰੌਪ ਕਰ ਗਈ ਆ, ਐਂਡ ਫॉर 4 minutes ਹਿਸ ਹਾਰਟ ਬੀਟ ਡ੍ਰੌਪਡ ਟੂ 60। ਜੇ ਉਹ ਮੈਨੂੰ ਮੋਨੀਟਰ ਤੋਂ ਉਤਾਰ ਦਿੰਦੇ, ਜੋ ਉਹਨਾਂ ਨੇ ਥੋੜੀ ਦੇਰ ਪਹਿਲਾਂ ਕਿਹਾ ਸੀ, ਮੈਂ ਵੇਟ ਕਰ ਰਹੀ ਹਾਂ 15 ਮਿੰਟ ਤੋਂ ਅੱਧਾ ਘੰਟੇ ਤੋਂ 2 ਘੰਟੇ ਹੋ ਗਏ, ਐਂਡ ਇਟਸ ਇਰੀਟੇਟਿੰਗ ਟੂ ਲਾਈ ਡਾਊਨ ਫॉर ਅ ਪਰਸਨ ਲਾਈਕ ਮੀ। ਪਰ ਗੁਰੂ ਜੀ ਨੇ ਨਹੀਂ ਉਤਾਰਨ ਦਿੱਤਾ, ਸੋ ਦੇ ਸੈਡ ਵੀ ਹੈਵ ਟੂ ਡੂ ਸੀ ਸੈਕਸ਼ਨ। ਸੋ ਗੁਰੂ ਜੀ ਨੇ ਡਿਊਰਿੰਗ ਪ੍ਰੈਗਨੈਂਸੀ ਯਾਦ ਕਰਵਾਇਆ ਕਿ ਮੇਰੀ ਮਾਮਾ ਨੇ ਮੇਰੀ ਭਾਬੀ ਨੂੰ ਕਿਹਾ ਸੀ ਕਿ ਤਾਤੀ ਵਾਓ ਨਾ ਲੱਗੇ ਦਾ ਪਾਠ ਕਰਨਾ ਹੈ। ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ, ਸੋ ਮਾਮਾ ਨੇ ਉਹਨਾਂ ਨੂੰ ਹਿੰਦੀ 'ਚ ਲਿਖ ਕੇ ਦਿੱਤਾ ਸੀ। ਯਾਦ ਕਰਵਾਤਾ, ਮੰਮੀ ਤਾਂ ਹੈ ਨਹੀਂ। ਸੋ ਜਦੋਂ ਹੀ ਪਤਾ ਚੱਲਿਆ ਕਿ
ਕਨਸੀਵਡ, ਉਸ ਤੋਂ ਬਾਅਦ ਆਈ ਡੋਂਟ ਰਿਮੈਂਬਰ ਮੈਨੂੰ ਕਦੋਂ ਗੁਰੂ ਜੀ ਨੇ ਦੱਸਿਆ, ਰਾਈਟ ਇਨ ਮਾਈ ਮਾਈਂਡ ਮੰਮੀ ਨੇ ਦੱਸਿਆ। ਐਂਡ ਜਦੋਂ ਇਹਨੂੰ ਆਪਰੇਸ਼ਨ ਥੀਏਟਰ 'ਚ ਮੈਨੂੰ ਲੈ ਕੇ ਗਏ ਤਾਂ ਸਰ ਕਿ ਅਸੀਂ ਇੱਕ ਪਾਠ ਲਾਉਣਾ ਚਾਹੁੰਦੇ ਹਾਂ। ਸੋ ਹਰਜਿੰਦਰ ਸਿੰਘ ਜੀ ਦਾ ਇੱਕ ਪਰਟੀਕੂਲਰ ਸ਼ਬਦ ਅਸੀਂ ਉਹ ਸੁਣਦੇ ਸੀ, ਤਾਂ ਉਹਨਾਂ ਨੇ ਕਿਹਾ ਵੀ ਤੁਹਾਡਾ ਹਾਈ ਰਿਸਕ ਹੈ, ਬਹੁਤ ਸਾਰੇ ਡਾਕਟਰਸ ਹੋਣਗੇ, ਸਿਰਫ ਪੇਸ਼ੈਂਟ ਨੂੰ ਸੁਣਨਾ ਚਾਹੀਦਾ। ਸੋ ਯੂਐਸ ਦੇ ਅੰਦਰ ਆਪਰੇਸ਼ਨ ਥੀਏਟਰ 'ਚ ਤਾਤੀ ਵਾਹ ਵਾਸ ਪਲੇਇੰਗ ਇਨ ਮਾਈ ਈਅਰਸ ਐਂਡ ਮੈਂ ਕਹਿ ਰਹੀ ਹਾਂ ਐਨਸਥੀਸੀਸਟ ਨੂੰ ਕਿ ਮਾਈ ਸ਼ੂਗਰ ਲੈਵਲਸ ਹੈਵ ਡ੍ਰੌਪਡ, ਮੇਰੇ ਸ਼ੂਗਰ ਲੈਵਲਸ 40 ਤੱਕ ਚਲੇ ਜਾਂਦੇ ਸੀ ਵੈਨ ਆਈ ਵਾਸ ਕੈਰਿੰਗ ਹਿਮ ਐਂਡ ਯੂ ਕੈਨ ਗੋ ਇਨ ਅ ਡਾਇਬੀਟਿਕ ਕੋਮਾ, ਪਰ ਗੁਰੂ ਜੀ ਨੇ ਜਾਣ ਨਹੀਂ ਦਿੱਤਾ। ਸੋ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਕਿਸ ਤਰ੍ਹਾਂ ਦੱਸਿਆ ਕਿ ਉਹ ਐਨਸਥੀਸੀਸਟ ਨੇ ਕਿਹਾ ਕਿ ਚੈੱਕ ਕਰੋ ਐਂਡ ਦੇ ਸਰ ਯੈਸ ਹਰ ਸ਼ੂਗਰ ਲੈਵਲਸ ਆਰ ਲੋ। ਇਸ ਪ੍ਰੋਸੈਸ 'ਚ ਮੇਰੀ ਬਾਂਹ ਦੇ ਉੱਤੇ ਪੂਰਾ ਤਫੜੀ, ਜਿਹਨੂੰ ਕਹਿੰਦੇ ਪੰਜਾਬੀ 'ਚ ਹਾਈਵਸ ਇਨ ਇੰਗਲਿਸ਼, ਐਲਰਜੀ ਹੋ ਗਈ, ਕਿਸ ਤੋਂ ਪਤਾ ਨਹੀਂ। ਸੋ ਇਹ ਦੱਸਣ ਦੇ ਟਾਈਮ ਤੇ ਮੈਨੂੰ ਐਪੀਡੋਰਲ ਵੀ ਲੱਗਿਆ ਹੋਇਆ ਸੀ, ਫੁੱਲ ਡੋਜ਼ ਬੈਨੇਡਰਿਲ ਲੱਗੀ ਹੋਈ ਸੀ ਕਿ ਮੇਰੇ ਅੱਖਾਂ ਦਾ ਰੰਗ ਵੀ ਰੈੱਡ ਸੀ, ਬਟ ਗੁਰੂ ਸਾਹਿਬ ਮੈਨੂੰ ਕਹਵਾ ਰਹੇ ਸੀ ਕਿ ਇਹਦੀ ਸ਼ੂਗਰ ਗਿਰ ਗਈ। ਸੋ ਗੁਰੂ ਸਾਹਿਬ ਨੇ ਦੱਸਿਆ, ਬਟ ਮੈਨੂੰ ਹਲੇ ਵੀ ਗੁਰੂ ਜੀ ਦਾ ਨਹੀਂ ਪਤਾ। ਇਹ ਘਰ ਆਇਆ, ਇੰਸਟੈਡ ਆਫ ਪਲੇਇੰਗ ਗਾਣੇ ਜਾਂ ਲੋਰੀਆਂ, ਗੁਰੂ ਜੀ ਨੇ ਮੈਨੂੰ ਸ਼ਬਦ ਲਵਾ ਦੇਣੇ, ਔਰ ਇਹ ਬਿਲਕੁਲ ਨਹੀਂ ਸੌਂਦਾ ਸੀ, ਸਾਰਾ ਟਾਈਮ ਗੋਦੀ 'ਚ, ਜੇ ਥੱਲੇ ਰੱਖੋ ਤਾਂ ਰੋਂਦਾ ਸੀ, ਤਾਂ ਮੈਂ ਇੱਕ ਹੱਥ ਨਾਲ ਹੀ ਰੋਟੀ ਬਣਾਉਣੀ, ਸਭ ਕੁਝ ਇੱਕ ਹੱਥ ਨਾਲ ਕਰਨਾ, ਬਿਕੋਜ਼ ਸ਼ਾਇਦ ਉਹ ਟਰਾਮਾ ਹੋਇਆ ਹੋਊਗਾ ਜਿਹੜਾ ਇਹਦਾ ਹਾਰਟ ਬੀਟ ਗਿਰੀ, ਬਟ ਗੁਰੂ ਸਾਹਿਬ ਕਰਨ ਕਰਾਵਨਹਾਰ ਹੈ। ਤੇ ਉਸ ਪ੍ਰੋਸੈਸ 'ਚ ਸੁਣਦੇ ਜੀ ਮੈਨੂੰ ਸਿਧਾਰਥ ਮੋਹਨ ਜੀ ਦਾ ਭਜਨ ਸੁਣਿਆ, ਉਹਦੇ ਪਿੱਛੇ ਗੁਰੂ ਜੀ ਦਾ ਸਰੂਪ ਸੀ। ਫਿਰ ਮੈਨੂੰ ਸਮਝ 'ਚ ਆਇਆ ਗੁਰੂ ਜੀ ਨੇ ਸਮਝਾਇਆ, ਟਾਈਮਿੰਗ ਅਗੇਨ ਉਹਨਾਂ ਦਾ ਹੁਕਮ, ਰਾਈਟ। ਸੋ ਉਹਨਾਂ ਨੇ ਸਮਝਾਇਆ ਕਿ ਮੈਂ ਸੀ ਜੋ ਕਰ ਰਿਹਾ ਸੀ। ਫਿਰ YouTube ਤੇ ਸਤਸੰਗ ਸੁਣਨੇ ਸ਼ੁਰੂ ਕਰਤੇ। ਜਦੋਂ ਥੈਂਕਸ ਗਿਵਿੰਗ ਹੋਈ, ਇੱਥੇ ਨਵੰਬਰ 'ਚ ਹੁੰਦੀ ਹੈ, ਤਾਂ ਮੈਂ ਕਿਹਾ ਅਸੀਂ ਲੋਕਾਂ ਨੂੰ ਦੇ ਨਾਲ ਡਿਨਰ ਲੰਚ ਕਰਦੇ ਹਾਂ, ਉਹ ਜਿਹਨੇ ਦਿੱਤਾ ਰੱਬ ਨੇ। ਹੁਣ ਅਗੇਨ ਥਰਸਡੇ ਹੁੰਦੀ ਹੈ ਥੈਂਕਸ ਗਿਵਿੰਗ, ਟਾਈਮਲਾਈਨ ਗੁਰੂ ਜੀ ਦੀ ਹੈ। ਸੋ ਗੁਰੂ ਜੀ ਨੇ ਆਈਡੀਆ ਦਿੱਤਾ ਕਿ ਸ਼ੁਕਰਾਨਾ ਥੈਂਕਸ ਕਰ ਗੁਰੂ ਜੀ ਦਾ, ਸਤਸੰਗ ਕਰ। ਮੈਂ ਤਾਂ ਦੇਖਿਆ ਹੀ ਨਹੀਂ ਹੋਇਆ ਸੀ ਕਿ ਕੌਣ ਗੁਰੂ ਜੀ ਹੈ, ਕਿੱਦਾਂ ਉਹਨਾਂ ਦੇ ਸਤਸੰਗ ਹੁੰਦੇ ਆ। ਉਹਨਾਂ ਨੇ ਮੈਨੂੰ YouTube ਤੇ ਦਿਖਾਏ ਤੇ ਮੈਂ ਇਸੇ ਆਸਨ ਤੇ ਆਪਣਾ ਇੱਕ ਨਵਾਂ ਸੂਟ ਵਿਛਾਇਆ, ਇੰਨੀ ਅਕਲ ਦੇਤੀ ਉਹਨਾਂ ਨੇ, ਅਨਸਟਿਚ ਸੂਟ ਵਿਛਾਇਆ ਤੇ ਫੋਨ ਚੁੱਕਿਆ ਤੇ ਆਈ ਸਟਾਰਟਡ ਸੇਇੰਗ ਥੈਂਕ ਯੂ ਗੁਰੂ ਜੀ। ਤੇ ਮੈਂ ਆਪਣੀ ਸਿਸਟਰ ਨੂੰ ਕਿਹਾ ਅੱਜ ਮੈਂ ਸਤਸੰਗ ਕੀਤਾ, ਤੇ ਗੁਰੂ ਜੀ ਨੇ ਹੱਸੇ ਹੋਣਗੇ ਮੇਰੇ ਤੇ, ਜਿੱਦਾਂ ਤੁਸੀਂ ਸਾਰੇ ਹੱਸ ਰਹੇ ਹੋਗੇ ਵੀ ਏਦਾਂ ਥੋੜਾ ਨਾ ਹੁੰਦਾ ਗੁਰੂ ਜੀ ਦਾ ਸਤਸੰਗ। ਤੇ ਮੇਰੀ ਫਰੈਂਡ ਦਾ ਫੋਨ ਆਇਆ ਥੋੜੇ ਦਿਨਾਂ ਬਾਅਦ, ਕਹਿੰਦੇ ਕਿ ਕੀ ਕਰ ਰਹੇ ਹੋ ਨਿਊ ਇਅਰਸ ਤੇ। ਮੈਂ ਸਰ ਮੈਂ ਕੀ ਕਰਨਾ ਹੈ, ਮੈਂ ਨਿਊ ਮੌਮ ਹੈ, ਮੈਂ ਆਪਣੇ ਬੇਬੀ ਨਾਲ ਹੀ ਹੋਣਾ ਹੈ। ਸਰ ਤੁਸੀਂ ਕੀ ਕਰ ਰਹੇ ਹੋ, ਕਹਿੰਦੇ ਮੈਂ ਤਾਂ ਸਤਸੰਗ ਤੇ ਜਾਣਾ ਹੈ। ਸਰ ਕਿਹੜੇ ਸਤਸੰਗ ਤੇ, ਕਹਿੰਦੇ ਗੁਰੂ ਜੀ ਦੇ, ਨੈਚੁਰਲੀ ਆਪਣੇ ਗੁਰੂ ਜੀ ਦੇ। ਤੇ ਕਹਿੰਦੇ ਕੋਈ ਨਹੀਂ ਉਹ ਪ੍ਰਾਈਵੇਟ ਸਤਸੰਗ ਹੈ, ਤੈਨੂੰ ਮੈਂ ਇਨਵੀਟੇਸ਼ਨ ਭੇਜ ਦੂੰ। ਸੋ ਆਈ ਵਾਸ ਵੈਰੀ ਹੈਪੀ। ਐਂਡ ਥੋੜੀ ਦੇਰ ਬਾਅਦ ਮੈਂ ਸੈਡ ਹੋ ਗਈ ਕਿਉਂਕਿ ਉਦੋਂ ਤੱਕ ਹਸਬੈਂਡ ਦੀ ਨਿਊ ਜੌਬ ਹੋ ਗਈ ਸੀ ਤੇ ਉਹਨਾਂ ਨੂੰ ਛੁੱਟੀ ਨਹੀਂ ਮਿਲ ਸਕਦੀ ਸੀ, ਬਿਕੋਜ਼ ਪ੍ਰੋਬੇਸ਼ਨ ਟਾਈਮ ਚੱਲ ਰਿਹਾ ਸੀ ਐਂਡ ਹਲੇ ਛੁੱਟੀ ਨਹੀਂ ਹੋ ਸਕਦੀ। ਮੈਂ ਬਹੁਤ ਦੁਖੀ ਹੋ ਗਈ। ਕਹਿੰਦੇ ਕੋਈ ਨਹੀਂ ਆਪਣੀ ਈਮੇਲ ਭੇਜੋ, ਮੈਂ ਤੁਹਾਨੂੰ ਇਨਵੀਟੇਸ਼ਨ ਦੇ ਦੂੰਗੀ ਜਿੱਥੇ ਵੀ ਨੈਕਸਟ ਸਤਸੰਗ ਹੋਗਾ, ਵੀ ਦੇ ਸੈਂਡ ਇਟ ਥਰੂ ਇਨਵਾਈਟਸ। ਇਨ ਦ ਮੀਨ ਟਾਈਮ ਮੈਂ ਸਾਰੇ ਸੋਸ਼ਲ ਮੀਡੀਆ ਤੇ ਗੁਰੂ ਜੀ ਨੂੰ ਲੱਭ ਰਹੀ ਹਾਂ, ਬਿਕੋਜ਼ ਮਾਈ ਸਿਸਟਰ ਇਨ ਲਾ ਸੈਡ ਕਿ ਹੋਏਗਾ ਜ਼ਰੂਰ ਕੋਈ ਨਾ ਕੋਈ ਗਰੁੱਪ, ਬਟ ਤੈਨੂੰ ਮਿਲ ਨਹੀਂ ਰਿਹਾ। ਸੋ ਉਹਨਾਂ ਨੂੰ ਈਮੇਲ ਕੀਤੀ, ਸੰਗਤ ਜੀ ਗੁਰੂ ਜੀ ਸੋ 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 ਸਵੀਟ। ਜਨਵਰੀ ਦਾ 1 ਜਨਵਰੀ ਦਾ ਇਨਵਾਈਟ ਸੀ ਨਿਊ ਇਅਰਸ ਦਾ, ਉਹ ਨਹੀਂ ਜਾ ਸਕੀ, ਲੇਕਿਨ ਗੁਰੂ ਜੀ ਨੇ ਦਸੰਬਰ ਸਤਸੰਗ ਅਟੈਂਡ ਕਰਵਾਇਆ। ਉਹ ਓਨਲੀ ਸਤਸੰਗ ਹੋਇਆ ਬੇ ਏਰੀਆ ਦਾ ਜਿਹੜਾ ਸਾਡੇ ਘਰ ਤੋਂ 20 to 40 ਮਿੰਟਸ ਦੀ ਦੂਰੀ ਤੇ ਸੀਗਾ, ਓਨਲੀ। ਉਸ ਤੋਂ ਬਾਅਦ ਕਦੇ ਨਹੀਂ ਹੋਇਆ ਬੇ ਏਰੀਆ ਦਾ ਸਤਸੰਗ। ਅਸੀਂ ਸੰਗਤ ਤੇ ਗਏ, ਦੀਦੀ ਨੇ ਬਸ ਇਹ ਸਮਝਾਤਾ ਸੀਗਾ ਕਿ ਜੋ ਸੇਵਾਦਾਰ ਕਹਿਣ ਉਹ ਕਰਨਾ ਹੈ, ਪੈਸੇ ਨਹੀਂ ਚੜਾਣੇ, ਤਿਆਰ ਹੋ ਕੇ ਜਾਣਾ ਹੈ, ਐਂਡ ਜੋ ਵੀ ਮਿਲਿਓ ਖਤਮ ਕਰਨਾ, ਦੈਟਸ ਇਟ। ਹੋਰ ਕੁਝ ਨਹੀਂ ਪਤਾ ਸੀ ਮੈਨੂੰ, ਵੀ ਨਹੀਂ, ਇਹ ਵੀ ਨਹੀਂ ਯਾਦ ਅਸੀਂ ਟਾਈਮ ਤੇ ਪਹੁੰਚੇ ਜਾਂ ਨਹੀਂ, ਪਰ ਅਸੀਂ ਜਦੋਂ ਉੱਥੇ ਪਹੁੰਚੇ ਤੇ ਬੈਠੇ ਤੇ ਉਹਨਾਂ ਨੇ ਚਾਹ ਪ੍ਰਸ਼ਾਦ ਦਿੱਤੀ ਤੇ ਬੇਟਾ ਮੇਰੇ ਗੋਦੀ 'ਚ ਸੀ ਤੇ ਸਾਨੂੰ ਸਪੀਕਰਸ ਦੇ ਕੋਲ ਥਾਂ ਮਿਲ ਗਿਆ। ਮੈਂ ਕਹਾਂ ਅਨੂ ਰੈਡੀ ਹੋ ਜਾ ਵਾਪਸ ਜਾਣ ਲਈ, ਕਿਉਂਕਿ ਇਹਨੂੰ ਸ਼ੋਰ ਨਹੀਂ ਪਸੰਦ ਸੀ ਤੇ ਇਹਨੇ ਰੋਣਾ ਹੈ।
ਤੇ ਉਸ ਤੋਂ ਪਹਿਲਾਂ ਵੀ ਮੈਂ ਸੋਚ ਰਹੀ ਸੀ ਵੀ ਪਤਾ ਨਹੀਂ ਇਹਨੇ ਬਹਿਣਾ ਨਹੀਂ ਬਹਿਣਾ, ਬਿਕੋਜ਼ ਕਿਥੇ ਵੀ ਜ਼ਿਆਦਾ ਲੋਕ ਹੁੰਦੇ ਸੀ, ਹੀ ਯੂਜ਼ਡ ਟੂ ਗੈਟ ਰੈਸਟਲੈਸ। ਟੂ ਮਾਈ ਸਰਪ੍ਰਾਈਜ਼ ਇੰਨੇ ਫੁੱਲ ਵੋਲਿਊਮ ਤੇ ਸ਼ਬਦ ਚੱਲ ਰਹੇ ਹੈ ਔਰ ਇੰਨੇ ਸਾਰੇ ਲੋਕ ਹੈ, ਅਕੋਰਡਿੰਗ ਟੂ ਮੀ ਸੰਗਤ ਨਹੀਂ ਸਮਝ ਸੀ, ਆਈ ਮੀਨ ਉਸ ਪਲ ਚ ਇਹਦੇ ਲਈ ਲੋਕ ਹੈ ਤੇ ਇਹ ਸਮਾਈਲ ਕਰ ਰਿਹਾ। ਆਈ ਵਾਸ ਲਾਈਕ ਵਾਓ। ਇੰਨੀ ਦੇਰ ਚ ਬੌਬੀ ਅੰਕਲ ਜੋ ਜਲੰਧਰ ਤੋਂ ਹੈਗੇ ਆ ਗੁਰੂ ਜੀ ਦੀ ਸੰਗਤ, ਜਿਨ੍ਹਾਂ ਨੂੰ ਉਹਨਾਂ ਨੇ ਦਰਸ਼ਨ ਦਿੱਤੇ ਸੀ, ਉਦੋਂ ਨਹੀਂ ਪਤਾ ਸੀ ਉਹ ਕੌਣ ਹੈ, ਮੈਨੂੰ ਉਹਨਾਂ ਨੇ ਕਿਹਾ ਕਿ ਉੱਤੇ ਚਲ ਜਾਓ ਤੁਸੀਂ। ਮੈਂ ਬੜੀ ਸਰਪ੍ਰਾਈਜ਼ ਹੋਈ ਕਿ ਕਿਸੇ ਦੇ ਘਰ ਉੱਤੇ ਚਲੇ ਜਾਓ, ਮਤਲਬ ਕਿਸੇ ਦੇ ਰੂਮ ਚਲੇ ਜਾਓ। ਵੀ ਅਟੈਂਡਡ ਐਂਡ ਉਹ ਮੈਗਨੇਟਿਕ ਪੁੱਲ ਨੇ ਫਿਰ ਸਾਨੂੰ ਇੱਥੋਂ 2.5 ਘੰਟੇ ਦੂਰ ਲੈ ਕੇ ਜਾਣਾ ਸ਼ੁਰੂ ਕਰਤਾ। ਆਈ ਮੀਨ 3 o'clock ਵੀ ਯੂਜ਼ਡ ਟੂ ਲੀਵ ਤਾਂ ਕਿ ਅਸੀਂ 6 ਵਜੇ ਪਹੁੰਚ ਜਾਈਏ ਉੱਥੇ। 10 ਵਜੇ ਸਮਾਪਤੀ ਹੁੰਦੀ ਸੀ, 12 ਕੁ ਵਜੇ ਅਸੀਂ ਘਰ ਆਉਂਦੇ ਸੀ ਐਂਡ ਇਟ ਵਾਸ ਬਿਊਟੀਫੁਲ। ਐਵਰੀ ਸੈਟਰਡੇ ਜਾਂਦੇ ਸੀ। ਸੋ ਉਸ ਤੋਂ ਬਾਅਦ ਗੁਰੂ ਜੀ ਨੇ 2 ਵਾਰੀ ਐਗਜ਼ਿਟ ਮਿਸ ਕਰਵਾਏ ਤੇ ਮੈਂ ਔਰ ਅਸੀਂ ਬਿਲਕੁਲ ਸੁਨਸਾਨ ਸੜਕਾਂ ਤੋਂ ਆ ਰਹੇ ਹਾਂ, ਕੋਈ ਲਾਈਟ ਨਹੀਂ, ਛੋਟਾ ਬੱਚਾ ਹੈ ਨਾਲ ਵੀ, ਨਾਟ ਦੈਟ ਕਿ ਇੱਥੇ ਫੈਸਿਲਿਟੀਜ਼ ਨਹੀਂ ਹੈ, ਬਟ ਇੱਕ ਫੀਲਿੰਗ ਹੁੰਦੀ ਹੈ ਵੀ ਯੂ ਵਾਂਟ ਟੂ ਬੀ ਲਿਟਲ ਸੇਫ ਐਂਡ ਜਿੱਥੇ ਐਮਿਨਿਟੀਜ਼ ਈਜ਼ੀਲੀ ਅਵੇਲੇਬਲ ਹੋਣ ਜਸਟ ਇਨ ਕੇਸ। ਤਾਂ ਮੈਂ ਦੀਦੀ ਨੂੰ ਕਿਹਾ, ਮੈਂ ਕਿਹਾ ਹੋ ਸਕਦਾ ਹੈ ਗੁਰੂ ਜੀ ਨਾ ਸ਼ਾਇਦ ਐਗਜ਼ਿਟ ਮਿਸ ਕਰਾ ਰਹੇ, ਛੋਟਾ ਦਿਮਾਗ ਛੋਟੀ ਸੋਚ, ਕਿ ਕੋਈ ਐਕਸੀਡੈਂਟ ਵਗੈਰਾ ਨੂੰ ਅਵਰਟ ਕਰਾਉਣ ਲਈ ਕਹਿ ਰਹੇ ਤਾਂ ਇਸ ਕਿ ਨਹੀਂ ਜਾਓ ਸਤਸੰਗ ਤੇ। ਬਾਅਦ ਸਮਝ ਆਇਆ ਕਿ ਇਹ ਬੋਲਣ ਦੀ ਸਟੇਜ ਤੇ ਸੀ, ਸੰਗਤ ਵਿੱਚ ਚੁੱਪ ਕਰਕੇ ਬੈਠਦਾ ਸੀ। ਇਹਦੀ ਸਿਰਫ ਇੱਕੋ ਹੀ ਆਵਾਜ਼ ਜਾਂ ਇੱਕੋ ਹੀ ਇਹਦਾ ਜੈਸਚਰ ਹੁੰਦਾ ਸੀ, ਜਦੋਂ ਸਦਾ ਮਾਸੂਮ ਜੀ ਓਮ ਨਮः ਸ਼ਿਵਾਏ ਦਾ ਮੰਤਰ ਜਾਪ ਕਰਦੇ ਸੀ ਤੇ ਇਹ ਓਮ ਦਾ ਵਾਲਾ ਮੂੰਹ ਬਣਾਉਂਦਾ ਸੀ ਐਂਡ ਬਹੁਤ ਸਾਰੇ ਸੰਗਤ ਇਹਨੂੰ ਓਮ ਬੇਬੀ ਕਹਿੰਦੇ ਸੀ, ਬਿਕੋਜ਼ ਇਹ ਗੱਲ ਤਾਂ ਕਿਸੇ ਨਾਲ ਕਰਦੇ ਨਹੀਂ ਸੀ। ਸੋ ਬਾਅਦ 'ਚ ਗੁਰੂ ਜੀ ਨੇ ਸਮਝਾਇਆ ਕਿ ਘਰ ਯੂ ਆਰ ਇਨਕਰੇਜਿੰਗ ਹਿਮ ਟੂ ਟਾਕ, ਉੱਥੇ ਉਹ ਚੁੱਪ ਰਹਿੰਦਾ, ਸੋ ਹੀ ਇਜ਼ ਨਾਟ ਰੈਡੀ, ਹੀ ਵੁੱਡ ਬੀ ਰੈਡੀ ਲਿਟਲ ਲੇਟਰ, ਤੇ ਤੁਸੀਂ ਘਰ ਬੈਠੋ। ਸੋ ਗੁਰੂ ਸਾਹਿਬ ਨੇ ਕਿਸੇ ਆਪਣੀ ਪਿਆਰੀ ਜੀ ਬੱਚੀ ਦੇ ਥਰੂ ਕਹਾਇਆ ਕਿ ਜਿਹੜੇ ਮੇਰੇ ਕੋਲ ਨਹੀਂ ਆਉਂਦੇ ਉਹਨਾਂ ਕੋਲ ਮੈਂ ਆਉਣਾ। ਐਂਡ ਮੈਨੂੰ ਪਤਾ ਨਹੀਂ ਸੀ ਕਿ ਐਕਚੁਅਲੀ ਗੁਰੂ ਸਾਹਿਬ ਨੇ ਕਿਹਾ, ਮੈਨੂੰ ਲੱਗਿਆ ਕਿ ਇਹ ਸਿਰਫ ਮੈਨੂੰ ਤਸੱਲੀ ਦੇਣ ਲਈ ਕਹਿ ਰਹੇ, ਕਿਉਂਕਿ ਮੈਂ ਰੋਂਦੀ ਸੀ ਕਿ ਮੈਂ ਜਾ ਨਹੀਂ ਸਕਦੀ ਐਂਡ ਆਈ ਲਵਡ ਗੁਰੂ ਜੀ, ਜਿੱਦਾਂ ਕੋਈ ਗਰਲਫ੍ਰੈਂਡ ਬॉयਫ੍ਰੈਂਡ ਨੂੰ ਨਾ ਮੈਂ ਉੱਦਾਂ ਰੋਂਦੀ ਹੁੰਦੀ ਸੀ। ਐਂਡ ਜੇ ਦੂਰ ਵੀ ਹੁੰਦਾ ਸੀ ਸੰਗਤ ਦਾ, ਹਸਬੈਂਡ ਕਹਿੰਦੇ ਸੀ 3 ਘੰਟੇ ਵਾਲੇ ਤੇ ਨਹੀਂ ਜਾ ਸਕਦੇ, ਕਿਉਂਕਿ ਯੂ ਸੇ ਕਿ ਵਾਪਸੀ ਤੇ ਘਰ ਆਣਾ ਹੈ, ਗੁਰੂ ਜੀ ਨੇ ਕਿਹਾ ਕਿ ਸਿੱਧੇ ਘਰ ਆਣਾ, ਸੋ ਹੋਟਲ ਤੁਸੀਂ ਰਹਿਣ ਨਹੀਂ ਦਿੰਦੇ। ਸੋ ਮੈਂ ਰੋਂਦੀ ਹੁੰਦੀ ਸੀ ਤੇ ਉਹਨਾਂ ਨੂੰ ਸ਼ਾਇਦ ਉਹ ਬੈਕਗ੍ਰਾਉਂਡ ਪਤਾ ਸੀ, ਤਾਂ ਸ਼ੀ ਸੈਡ ਕਿ ਹੋ ਸਕਦਾ ਕਿ ਨਹੀਂ ਗੁਰੂ ਜੀ ਤੁਹਾਡੀ ਜਿਹਦੇ ਕੋਲ ਜੋ ਗੁਰੂ ਜੀ ਕੋਲ ਨਹੀਂ ਆ ਸਕਦੇ ਉਹਨਾਂ ਕੋਲ ਗੁਰੂ ਜੀ ਆਉਂਦੇ ਆ। ਸੋ ਸ਼ੀ ਸੇਜ਼ ਵਾਈ ਡੋਂਟ ਯੂ ਸੀ ਦੈਟ। ਔਰ ਤੁਹਾਡੀ ਸੈਕੰਡ ਚੀਜ਼ ਉਹਨਾਂ ਨੇ ਕਹੀ ਸੀ, ਜਿਹੜੀ ਵਿਆਖਿਆ ਹੈ ਹਾਜ਼ਰੀ ਵਿੱਚ ਗੈਰ ਹਾਜ਼ਰੀ। ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ 2 ਸੇਵਾਦਾਰ ਹੁੰਦੇ ਆ, ਦਰਬਾਰ ਦੇ ਬਾਹਰ ਖੜੇ ਹੁੰਦੇ ਆ, ਪਰ ਉਹ ਮੇਲੇ ਬਾਰੇ ਸੋਚ ਰਹੇ ਹੁੰਦੇ ਆ। ਜਿਹੜੇ 2 ਮੇਲੇ ਵਿੱਚ ਹੁੰਦੇ ਆ, ਉਹ ਗੁਰੂ ਸਾਹਿਬ ਬਾਰੇ ਸੋਚ ਰਹੇ ਹੁੰਦੇ ਆ। ਤਾਂ ਜਿਹੜੇ ਬਾਹਰ ਖੜੇ ਹੁੰਦੇ ਆ ਉਹਨਾਂ ਦੀ ਹਾਜ਼ਰੀ ਨਹੀਂ ਲੱਗਦੀ, ਕਿਉਂਕਿ ਉਹ ਕਿਤੇ ਹੋਰ ਹੈ। ਤਾਂ ਸ਼ੀ ਸੇਜ਼ ਕਿ ਤੁਹਾਡੀ ਹਾਜ਼ਰੀ ਲੱਗਦੀ, ਤੁਸੀਂ ਇੱਥੇ ਹੀ ਤਾਂ ਹੁੰਦੇ ਹੋ। ਐਂਡ ਗੁਰੂ ਜੀ ਨੇ ਇੱਕ ਬਹੁਤ ਪਿਆਰੀ ਸੰਗਤ ਹੈ ਬੇਰੀਆ ਦੇ, ਉਹਨਾਂ ਦੀ ਸੇਵਾ ਲਈ ਸੀ ਕਿ ਉਹ ਸਤਸੰਗ ਸੁਣਾਉਂਦੇ ਸੀ, ਵਿਆਖਿਆ ਸੁਣਾਉਂਦੇ ਸੀ ਮੈਨੂੰ ਵਾਪਸੀ ਤੇ ਡਰਾਈਵ ਕਰਦੇ ਕਰਦੇ, ਕਿਉਂਕਿ ਭੁੱਖ ਸੀ ਮੇਰੀ। ਸੋ ਉਹ ਭੁੱਖ ਨੂੰ ਦੇਖਦੇ ਹੋਏ ਗੁਰੂ ਜੀ ਨੇ ਮੈਨੂੰ ਕਿਸੇ ਸੰਗਤ ਨਾਲ ਜੁੜਵਾਇਆ, ਜੋ ਮੈਨੂੰ ਐਡੀਸਨ ਮੰਦਿਰ ਦਾ ਲਿੰਕ ਭੇਜਦੇ ਸੀ, ਜਿੱਥੇ ਅਗੇਨ ਹਰ ਥਰਸਡੇ ਸੰਗਤ ਹੁੰਦੀ ਹੈ। ਸੋ ਮੈਂ ਤੇ ਬੇਟਾ 2 ਬੈਠਦੇ ਸੀ ਤੇ ਗੁਰੂ ਜੀ ਕਹਿੰਦੇ ਸੀ ਮੇਰੇ ਕੰਨ 'ਚ, ਤੈਨੂੰ ਕੀ ਪਤਾ ਕਿੰਨੇ ਆਏ ਆ। ਆਈ ਡਿਡਨਟ ਅੰਡਰਸਟੈਂਡ ਵਾਟ ਹੀ ਸੇਇੰਗ, ਤੈਨੂੰ ਕੀ ਪਤਾ ਕਿੰਨੇ ਆਏ ਆ, ਸੋ ਤੈਨੂੰ ਤਾਂ 2 ਹੀ ਦਿਖਦੇ ਆ। ਆਈ ਡਿਡਨਟ ਅੰਡਰਸਟੈਂਡ, ਜਦੋਂ ਤੱਕ ਕੋਵਿਡ ਨਹੀਂ ਆਇਆ ਤਾਂ ਸਮਝ ਨਹੀਂ ਆਈ ਸੀ ਕਿ ਸਾਡੀਆਂ ਨਜ਼ਰਾਂ ਨੂੰ ਨਹੀਂ ਦਿਖਦਾ ਪਰ ਬਹੁਤ ਸਾਰੀ ਸੰਗਤ ਹੁੰਦੀ ਹੈ। ਫਿਰ ਉਸ ਲਿੰਕ 'ਚ ਸੰਗਤ ਜੀ ਡਿਲੇ ਹੋ ਜਾਂਦਾ ਸੀ, ਕਿਉਂਕਿ ਉਹ ਕੋਈ ਭੇਜਦਾ ਸੀ ਤੇ ਅੱਗੇ ਪਿੱਛੇ ਆਂਦਾ ਸੀ ਤੇ ਟੀਵੀ ਤੇ ਪ੍ਰੋਜੈਕਟ ਕਰਕੇ ਮੈਂ ਤੇ ਬੇਟਾ ਬੈਠਦੇ ਸੀ। ਸੋ ਇੱਕ ਦਿਨ ਉਸੇ ਬੇਟੀਆਂ ਦੇ ਥਰੂ ਗੁਰੂ ਜੀ ਨੇ ਕਹਾਇਆ ਕਿ ਇੱਥੇ ਇੱਕ ਆਂਟੀ ਅੰਕਲ ਹੈ, ਉਹਨਾਂ ਨੂੰ ਉਹ ਵੀ ਸੰਗਤ ਲੱਭ ਰਹੇ ਆ ਤੇ ਤੁਸੀਂ ਵੀ ਬੱਚੇ ਕਰਕੇ ਯੂ ਵਾਂਟ ਟੂ not go that far, ਤਾਂ ਤੁਸੀਂ ਇਕੱਠੇ ਕਿਉਂ ਨਹੀਂ ਕਰਦੇ। ਓਕੇ, ਗੁਰੂ ਜੀ ਦਾ ਸੈਂਸ ਆਫ ਹਿਊਮਰ। ਮੈਂ ਤਾਂ ਕਿਸੇ ਨੂੰ ਜਾਣਦੀ ਨਹੀਂ ਸੀ, ਗੱਲ ਨਹੀਂ ਕਰਦੇ ਸੀ। ਉਹਨਾਂ ਨੇ ਮੈਨੂੰ ਕਿਹਾ ਕਿ ਉਹ ਆਂਟੀ ਦਾ ਇਸ ਪਾਰਟਿਕੂਲਰ WhatsApp ਗਰੁੱਪ 'ਚ, ਇਹ 2-3 ਗਰੁੱਪਸ ਹਨ, 'ਚ ਨੰਬਰ ਲੱਭੋ, ਆਪਣਾ ਏਰੀਆ ਕੋਡ, ਐਂਡ ਉਹ ਆਂਟੀ ਦੀਆਂ ਅੱਖਾਂ ਵੱਡੀਆਂ ਵੱਡੀਆਂ, ਦੈਟ ਇਜ਼ ਵਾਈ ਸੈਡ ਸੈਂਸ ਆਫ ਹਿਊਮਰ। ਹੁਣ ਉੱਥੇ ਉਸ ਏਰੀਆ ਕੋਡ ਦੇ ਇੱਕੋ ਆਂਟੀ ਔਰ ਉਹਨਾਂ ਦੇ ਅੱਖਾਂ ਤੇ ਸ਼ੇਡਸ ਲੱਗੇ ਹੋਏ, ਹਾਊ ਡੂ ਆਈ ਨੋ ਕਿ ਵੱਡੀਆਂ ਕਿ ਛੋਟੀਆਂ।
ਸੋ ਗੁਰੂ ਸਾਹਿਬ ਨੇ ਫਿਰ ਉਹ ਨੰਬਰ ਸ਼ੇਅਰ ਕਰਵਾਇਆ, ਫੋਟੋਗ੍ਰਾਫ ਭਿਜਵਾਈ ਉਹਨਾਂ ਬਿਟੀਆਂ ਨੂੰ। ਸ਼ੀ ਸੇਜ਼ ਇਹੀ ਆਂਟੀ ਆ। ਸੋ ਗੁਰੂ ਜੀ ਨੇ ਉਹਨਾਂ ਨੂੰ ਫੋਨ ਕਰਵਾਇਆ ਐਂਡ ਗੁਰੂ ਪੂਰਨਿਮਾ ਵਾਲੇ ਦਿਨ ਇਸ ਸਿਟੀ 'ਚ ਪਹਿਲਾ ਸਤਸੰਗ ਗੁਰੂ ਜੀ ਨੇ ਅਰੇਂਜ ਕੀਤਾ। ਉਹ ਆਂਟੀ ਨੇ ਹਾਂ ਕਰਤੀ। 459 ਹੋਏ ਸੀ। ਆਪਣੇ ਆਪ ਮੱਤ ਦਿੰਦੇ ਸੀ, ਮੈਂ ਕਿਸੇ ਤੋਂ ਕੁਝ ਨਹੀਂ ਪੁੱਛਿਆ, ਨਾ ਉਹਨਾਂ ਨੇ ਕੁਝ ਪੁੱਛਵਾਉਣ ਦਿੱਤਾ। ਮੈਂ ਫੋਨ ਨਹੀਂ ਕੀਤਾ ਕਿ ਤੁਸੀਂ ਆਏ ਨਹੀਂ, ਤੁਸੀਂ ਆ ਨਹੀਂ ਰਹੇ, ਕਿੰਨੇ ਜਣੇ ਆਣਗੇ, ਕੁਝ ਨਹੀਂ ਪੁੱਛਣ ਦਿੱਤਾ ਗੁਰੂ ਜੀ ਨੇ, ਬਿਕੋਜ਼ ਉਹ ਰਿਵੀਲ ਕਰਦੇ ਆਪਣੇ ਟਾਈਮ ਤੇ। ਸੋ 459 ਹੋਏ ਤੇ ਮੈਂ ਜਿੱਦਾਂ ਹੀ ਜੋਤ ਜਗਾ ਕੇ ਆਈ ਕਲਿਕਡ ਐਟ 5 PM ਇੱਕ ਓਮਕਾਰ ਵਾਸਤੇ ਪਲੇਲਿਸਟ। ਆਂਟੀ ਅੰਦਰ ਆਉਂਦੇ ਆ, ਉਹਨਾਂ ਨਾਲ ਅੰਕਲ ਆਉਂਦੇ ਆ। ਉਸ ਤੋਂ ਪਹਿਲਾਂ ਗੁਰੂ ਸਾਹਿਬ 5 ਸਮੋਸਾ ਪ੍ਰਸ਼ਾਦ ਸੰਗਤ ਲਈ ਅਰੇਂਜ ਕਰਾਉਂਦੇ ਆ ਘਰ। I had to warm them up and preparation ਜਦੋਂ ਕਰ ਰਹੇ ਸੀ ਸੰਗਤ ਦੀ। ਮੈਂ ਗੁਰੂ ਜੀ ਨੂੰ ਕਿਹਾ, ਮੈਂ ਕਿਹਾ ਚਲੋ 2 ਆਂਟੀ ਅੰਕਲ ਹੋ ਜਾਣਗੇ, ਆਈ ਡਿਡਨਟ ਨੋ ਕਿੰਨੇ ਆਣਾ, 2 ਅਸੀਂ ਦੋਨੋਂ ਹੋ ਗਏ। ਮਿਹਰ ਤਾਂ ਖਾਂਦਾ ਨਹੀਂ, ਤਾਂ ਬਹੁਤ ਛੋਟਾ ਹੈ, ਤੁਸੀਂ ਖਾਣੇ ਆ। I just said that and it's the ਸੰਗਤ has started। ਪਹਿਲਾ ਸ਼ਬਦ ਖਤਮ ਹੁੰਦਾ and there's a ਸੰਗਤ ਜੀ who walks in and I looked at him and I smiled ਕਿ ਉਹ ਪਹਿਲੇ ਸੰਗਤ 'ਚ ਉਹਨਾਂ ਨੇ ਦੱਸਤਾ ਕਿ ਤੁਸੀਂ ਕੁਛ ਨਹੀਂ ਕਰਦੇ, ਤੁਸੀਂ ਮੀਅਰ ਪਪੇਟਸ ਹੋ, ਮੈਂ ਹੀ ਕਰਵਾਉਂਗਾ। ਐਂਡ ਉਹਨਾਂ ਨੇ ਇਦਾਂ ਦੇ ਬਹੁਤ ਸਾਰੇ ਆਊਟ ਆਫ ਬਾਡੀ ਐਕਸਪੀਰੀਐਂਸਿਸ ਦਿੰਦੇ ਰਹੇ। ਇਸ ਤਰ੍ਹਾਂ ਗੁਰੂ ਜੀ ਨੇ ਇੱਥੇ ਸੰਗਤ ਸ਼ੁਰੂ ਕਰਾਈ ਐਂਡ ਰੈਸਟ ਹੀ ਨੋਜ਼ ਇਟ ਵਾਈ ਐਂਡ ਹਾਊ। ਅੱਜ ਸਭ ਤੋਂ ਪਹਿਲਾਂ ਇੱਕ ਸ਼ਬਦ ਚੱਲਿਆ ਸੀ, ਜਿੱਦਾਂ ਹੀ ਚੱਲਿਆ ਸੀ ਗੁਰੂ ਜੀ ਨੇ ਇੱਕ ਸਤਸੰਗ ਯਾਦ ਕਰਵਾਇਆ। ਬੇਰੀਆ ਤੋਂ 5 ਸੰਗਤ ਆਈ ਸੀਗੀ। ਉਹਨਾਂ ਨੇ ਡਿਸਾਈਡ ਕੀਤਾ ਸੀ ਕਿ 3 ਜਣਿਆਂ ਨੇ ਆਉਣਾ ਹੈ ਤੇ ਉਹ ਕਹਿੰਦੇ ਸੀ ਅਸੀਂ ਦੁਪਹਿਰ ਨੂੰ ਪਹੁੰਚਾਂਗੇ ਤੇ ਸਿੰਸ ਤੁਸੀਂ ਬੱਚੇ ਨਾਲ ਹੋ, ਤੁਸੀਂ ਕੁਛ ਨਹੀਂ ਬਣਾਉਣਾ, ਅਸੀਂ ਲੈ ਕੇ ਆਵਾਂਗੇ। ਮੈਂ ਕਿਹਾ ਨਹੀਂ, ਗੁਰੂ ਜੀ ਦੀ ਸੰਗਤ ਆਏਗੀ ਤੇ ਇਹਨਾਂ ਦਿਮਾਗ 'ਚ ਪਾਇਆ ਸੀ ਕਿ ਖੁਦ ਆਪ ਸਭ ਕੁਝ ਬਣਾਉਣਾ ਹੈ। ਪਹਿਲਾਂ ਤੋਂ ਹੀ ਪੋਸਟ ਕੋਵਿਡ ਕਨਫਰਮੇਸ਼ਨਸ ਹੀ ਹੋਈਆਂ ਸੀ ਉਹਨਾਂ ਗੱਲਾਂ ਦੀਆਂ। ਤੇ I was just told by one ਆਂਟੀ ਕਿ ਮੈਂ ਚਟਨੀ ਪ੍ਰਸ਼ਾਦ ਲੈ ਕੇ ਆਉਂਗੀ। ਐਸਾ ਠੀਕ ਹੈ। ਤੇ ਮੈਨੂੰ ਗੁਰੂ ਜੀ ਨੇ ਇੱਕ ਟੈਲੀਪੈਥਿਕਲੀ ਕਿਹਾ ਕਿ ਇੱਕ ਪਾਰਟਿਕੂਲਰ ਆਂਟੀ ਜਿਹੜੇ ਹੈਗੇ ਆ ਉਹ ਕੜਾਹ ਪ੍ਰਸ਼ਾਦ ਬਣਾ ਕੇ ਲੈ ਕੇ ਆਉਣਗੇ। ਸੋ ਆਈ ਟੋਲਡ ਦੈਟ ਵਨ ਆਫ ਦਾ ਸੰਗਤ, ਉਸ ਆਂਟੀ ਦਾ ਕੰਟੈਕਟ ਨਹੀਂ ਸੀ ਮੇਰੇ ਕੋਲ। ਮੈਂ ਉਹਨਾਂ ਨੂੰ ਕਿਹਾ ਕਿ ਜਿਹੜੇ ਕਾਮਨ ਸਾਨੂੰ ਜਾਣਦੇ ਸੀ, ਜਿਨ੍ਹਾਂ ਨੇ ਸਾਰਿਆਂ ਨੂੰ ਲੈ ਕੇ ਆਉਣਾ ਸੀ, ਉਹਨਾਂ ਨੂੰ ਕਿਹਾ ਕਿ ਇੱਦਾਂ ਮੈਨੂੰ ਗੁਰੂ ਜੀ ਨੇ ਕਿਹਾ ਕਿ ਉਹ ਕੜਾਹ ਪ੍ਰਸ਼ਾਦ ਬਣਾ ਕੇ ਲੈ ਕੇ ਆਉਣਗੇ। ਨਾਰਮਲੀ ਹੋਸਟ ਬਣਾਉਂਦਾ, ਰਾਈਟ। ਤੇ ਉਹ ਕਹਿੰਦੇ ਓ ਮਾਈ ਗॉड, ਉਹਨਾਂ ਦੇ ਤਾਂ ਬੇਟੇ ਦਾ ਬਰਥਡੇ ਹੈ ਤੇ ਉਹ ਸੋਚ ਰਹੇ ਸੀ ਕਿ ਮੈਂ ਕੁਝ ਮਿੱਠਾ ਲੈ ਕੇ ਜਾਊਂਗੀ ਤੇ ਚਲੋ ਉਹ ਕੜਾਹ ਪ੍ਰਸ਼ਾਦ ਲੈ ਆਣਗੇ ਤੇ ਵਾਈ ਡੋਂਟ ਯੂ ਟੈਲ ਹਰ। ਸਰ ਨੰਬਰ ਨਹੀਂ ਹੈ, ਉਹਨਾਂ ਨੇ ਨੰਬਰ ਦਿੱਤਾ। ਮੈਂ ਉਹਨਾਂ ਨੂੰ ਕਾਲ ਕੀਤੀ ਔਰ ਮੈਂ ਕਾਲ ਕਰਦੇ ਕਰਦੇ ਐਂਡ 'ਚ ਕਿਹਾ ਕਿ ਮੈਨੂੰ ਜੋ ਗੁਰੂ ਸਾਹਿਬ ਨੇ ਦਿਖਾਇਆ ਸੀ ਨਾ, ਉਹ ਇਹ ਦਿਖਾਇਆ ਸੀ ਕਿ ਇੱਕ ਸ਼ੀਸ਼ੇ ਦਾ ਜਿਹੜਾ ਪਾਇਰੈਕਸ ਦਾ ਕੰਟੇਨਰ ਹੈ, ਉਹਦੇ ਉੱਤੇ ਰੈੱਡ ਕਲਰ ਦਾ ਢੱਕਣ ਹੈ। ਸ਼ੀ ਸੇਜ਼ ਇੱਦਾਂ ਦਾ ਤਾਂ ਕੁਝ ਹੈ ਹੀ ਨਹੀਂ ਮੇਰੇ ਘਰ 'ਚ। ਮੈਂ ਫੋਨ ਰੱਖ ਕੇ ਮੈਂ ਕਿਹਾ ਬੇਵਕੂਫ, ਜਿੰਨੇ ਉਹਨਾਂ ਨੂੰ ਗੱਲ ਕਹੀ ਸੀ ਓਨੀ ਕਹਿਣੀ ਸੀਗੀ। ਇਹ ਚੁੱਪ ਹੀ ਰਹਿਣਾ ਸੀ ਵੀ ਤੈਨੂੰ ਕਹਿਣ ਦੀ ਲੋੜ ਹੀ ਨਹੀਂ ਸੀ ਵੀ ਤੂੰ ਕਿਉਂ ਕਿਹਾ, ਵੀ ਆਪਣੇ ਆਪ ਤੈਨੂੰ ਪਤਾ ਚੱਲ ਜਾਣਾ ਸੀ। ਆਈ ਵਾਸ ਜਸਟ ਬੀਇੰਗ ਸੈਲਫ ਕ੍ਰਿਟੀਕਲ। ਤੇ ਜਦੋਂ ਸੰਗਤ ਨੇ ਆਉਣਾ ਸੀਗਾ, ਗੁਰੂ ਜੀ ਨੇ ਸ਼ੁਰੂ ਤੋਂ ਹੀ ਕਿਹਾ ਵੀ ਬਾਣੀ ਲਾ ਕੇ ਸਾਰੀ ਸੇਵਾ ਕਰੋ। ਸ਼ੁਰੂ ਤੋਂ ਹੀ ਆਈ ਯੂਜ਼ਡ ਟੂ ਲਿਸਨ ਟੂ ਰਿੰਕੂ ਜੀ ਅ ਲੋਟ। ਅਤੇ ਗੁਰੂ ਸਾਹਿਬ ਨੇ ਅੰਮ੍ਰਿਤ ਵੇਲੇ ਦੇ ਲਈ ਕਿਸੇ ਦੇ ਥਰੂ ਕਿਹਾ ਸੀ ਹਾਊ ਹੀ ਸਟਾਰਟਡ ਦੈਟ ਜਰਨੀ। ਐਂਡ ਅੰਮ੍ਰਿਤ ਵੇਲਾ ਇਜ਼ ਨਾਟ ਫॉर ਐਵਰੀਬਡੀ। ਜਿਹਨੂੰ ਗੁਰੂ ਜੀ ਕਹਿੰਦੇ ਆ ਉਹ ਡਾਇਰੈਕਟਲੀ ਕਰਦਾ ਹੈ। ਸੋ ਮੈਂ ਸ਼ਬਦ ਬਾਣੀ ਲਾਈ ਸੀ ਔਰ ਕਿਹੜਾ ਸ਼ਬਦ ਲੱਗ ਰਿਹਾ ਸੀ ਲੂਪ ਤੇ, ਆਜ ਮੋਰੇ ਆਏ ਹੈ, ਇਹੀ ਰਾਗੀ। ਤੇ ਜਦੋਂ ਚੱਲਿਆ ਤਾਂ ਕਿਉਂਕਿ ਬਾਰ-ਬਾਰ ਕੰਪਿਊਟਰ ਕੋਲ ਨਾ ਜਾਣਾ ਪਵੇ ਐਂਡ ਐਵਰੀਥਿੰਗ ਇਜ਼ ਗੋਇੰਗ ਇਨ ਫਲੋ। ਸੋ ਜਦੋਂ ਉਹ ਸੰਗਤ ਜੀ ਆਏ ਤੇ ਬਿਕੋਜ਼ ਉਹਨਾਂ ਦਾ ਫੋਨ ਆਇਆ ਕਿਉਂਕਿ ਵੀ ਆਰ ਇਨ ਅਪਾਰਟਮੈਂਟਸ ਐਂਡ ਇਟਸ ਵੈਰੀ ਕੰਪਲਿਕੇਟਡ ਟੂ ਫਿਗਰ ਆਊਟ ਦ ਬਿਲਡਿੰਗ ਨੰਬਰਸ ਐਂਡ ਆਲ। ਸੋ ਸੰਗਤ ਗੁਰੂ ਜੀ ਆ ਰਹੀ ਹੈ ਤਾਂ ਯੂ ਗੋ ਐਂਡ ਵੈਲਕਮ। अंदर शब्द चल रहा है, आज मोरे आए हैं, and that Guruji's प्यारी बेटिया, she is singing, हम कर साजन आए। How is it possible? ਉਹਨਾਂ ਨੂੰ ਤਾਂ ਅੰਦਰ ਦੀ ਆਵਾਜ਼ ਨਹੀਂ ਜਾ ਰਹੀ ਬਾਹਰ। I'm getting goosebumps।
ਐਂਡ ਉਹ ਡਾਂਸ ਕਰਦੇ ਹੋਏ ਲਿਟਰਲੀ ਆ ਰਹੇ ਹੈ ਐਂਡ ਸ਼ੀ ਇਜ਼ ਟ੍ਰਾਈਂਗ ਟੂ ਏਦਾਂ ਏਦਾਂ ਕਰ ਰਹੀ ਪਿੱਛੇ ਦੇਖ। ਮੈਨੂੰ ਨਹੀਂ ਸਮਝ ਆਈ। ਸੰਗਤ ਜੀ, ਉਹਨਾਂ ਦੇ ਹੱਥ 'ਚ ਉਹੀ ਪਾਇਰੈਕਸ ਦਾ ਕੰਟੇਨਰ ਵਿਦ ਰੈਡ ਲਿਡ ਐਂਡ ਸ਼ੀ ਸੇਜ਼, ਅਨੂ ਜੀ ਮੈਨੂੰ ਵੀ ਨਹੀਂ ਪਤਾ ਸੀ ਕਿ ਮੇਰੇ ਘਰ 'ਚ ਕੰਟੇਨਰ ਹੈ। ਫਿਰ ਜਦੋਂ ਸਮਾਪਤੀ ਹੋਈ, ਹਲੇ ਖਤਮ ਨਹੀਂ ਹੋਇਆ, ਉਹਨਾਂ ਨਾਲ ਇੱਕ ਹੋਰ ਸੰਗਤ ਆਏ ਜਿਨ੍ਹਾਂ ਦਾ ਪਤਾ ਨਹੀਂ ਸੀ ਕਿ ਆਉਣਾ, ਔਰ ਉਹ ਗੁਰੂ ਜੀ ਦੇ ਪਾਏ ਹੋਏ ਜੋੜੇ ਲੈ ਕੇ ਆਏ। ਔਰ ਉਹਨਾਂ ਨੇ ਇੱਕ ਬਹੁਤ ਵੱਡੀ ਗੱਲ ਕਹੀ ਜੋ ਮੈਨੂੰ ਨਹੀਂ ਪਤਾ ਕੀ ਮਤਲਬ ਹੈ ਉਹਦਾ। ਕਹਿੰਦੇ ਜਦੋਂ ਮੈਂ ਲੈ ਕੇ ਆਈ ਸੀ ਇੰਨੀ ਖੁਸ਼ਬੂ ਨਹੀਂ ਆ ਰਹੀ ਸੀ, ਲੈ ਕੇ ਜਾਣ ਤੋਂ ਬਾਅਦ ਹੋਰ ਵੀ ਖੁਸ਼ਬੂ ਆ ਰਹੀ ਸੀ। ਇਹ ਗੁਰੂ ਜੀ ਜਾਣਦੇ ਆ ਕੀ ਕਰ ਰਹੇ ਸੀ, ਮੈਨੂੰ ਨਹੀਂ ਪਤਾ। ਐਂਡ ਜਦੋਂ ਉਹਨਾਂ ਨੇ ਵਿਦਾ ਲੈਣੀ ਸੀ ਸੰਗਤ ਨੇ, ਉਦੋਂ ਉਹਨਾਂ ਨੇ ਮੈਂ ਉਹਨਾਂ ਦਾ ਕੰਟੇਨਰ ਖਾਲੀ ਕਰਕੇ ਉਹਨਾਂ ਨੂੰ ਕਿਹਾ ਕਿ ਇਹ ਤੁਸੀਂ ਲੈ ਕੇ ਜਾਣਾ। ਕਹਿੰਦੇ ਨਹੀਂ, ਇਹ ਗੁਰੂ ਸਾਹਿਬ ਨੇ ਤੈਨੂੰ ਦਿਖਾਇਆ ਸੀ, ਇਹ ਤੇਰੀਆਂ ਬਲੈਸਿੰਗਸ ਹੈ। ਉਹ ਹਲੇ ਵੀ ਗੁਰੂ ਜੀ ਦੇ ਇਸ ਘਰ ਜਿਸ 'ਚ ਅਸੀਂ ਰਹਿੰਦੇ ਹਾਂ ਉੱਥੇ ਹੀ ਹੈ। ਪ੍ਰਮਾਤਮਾ ਜਾਣਦੇ ਆ, ਟੈਲੀਪੈਥੀ ਹੁੰਦੀ ਹੈ, ਜਿਹਦੇ ਨਾਲ ਹੁੰਦੀ ਹੈ ਉਹਨੂੰ ਪਤਾ ਹੈ। ਐਂਡ ਹੁਣ ਜਿਹੜਾ ਮੇਰਾ ਲੇਟੈਸਟ ਸੰਗਤ ਹੈ, ਬਿਫੋਰ ਆਈ ਕੰਕਲੂਡ, ਸਤਸੰਗ ਹੈ ਜਿਹੜਾ ਲੇਟੈਸਟ ਜੋ ਗੁਰੂ ਜੀ ਨੇ ਦਿੱਤਾ ਹੈ। ਗੁਰੂ ਜੀ ਨੇ ਜਿਹੜੀ ਜਰਨੀ 'ਚ ਸਾਨੂੰ ਰੱਖਿਆ ਕਿ ਸਿਰ ਤੇ ਛੱਤ ਨਹੀਂ ਸੀ, ਜਿਹੜੀ ਵਿਆਖਿਆ ਨਾ ਕਿ ਅੱਜ ਸੀ, ਉਹ ਕੁਝ ਆਈ ਕੁਡ ਕਨੈਕਟ ਵਿਦ ਮਾਈ ਸੈਲਫ। ਹਸਬੈਂਡ ਦੀ ਜੌਬ ਚਲੀ ਗਈ ਸੀ, ਹੈਡ ਟੂ ਡੂ ਜੇਲ ਟਾਈਮ ਐਂਡ ਸਾਡੇ ਕੋਲ ਕੋਈ ਸਾਧਨ ਨਹੀਂ ਸੀਗਾ, ਨਾ ਵਹੀਕਲ ਨਹੀਂ ਸੀਗਾ। ਤਾਂ ਉੱਥੇ ਕਿਸ਼ਤੀ ਦੀ ਗੱਲ ਹੈ, ਅਸੀਂ US 'ਚ ਵੀ ਸੋਚਦੇ ਹੁੰਦੇ ਸੀ ਵੀ ਇੱਥੋਂ ਉੱਥੇ ਸਮਾਨ ਲੈਣ ਜਾਣਾ ਹੈ, ਕਿੱਦਾਂ ਜਾਣਾ ਹੈ। ਇਸ ਜਰਨੀ ਵਿੱਚ ਗੁਰੂ ਜੀ ਨੇ ਇੱਕ ਗੋਰੇ ਜੋ ਕਿ ਚੀਫ ਆਫ ਫਾਇਰ ਸੀਗੇ, ਰਿਟਾਇਰਡ, ਉਹ ਮੇਰੇ ਹਸਬੈਂਡ ਦੇ ਨਾਲ ਇਨ ਹਿਜ਼ ਕਲਾਸ ਕਦੋਂ ਬਹੁਤ ਪਹਿਲਾਂ ਇੰਟਰੋਡਿਊਸ ਹੋਏ ਸੀ। ਗੁਰੂ ਜੀ ਨੇ ਉਹਨਾਂ ਨੂੰ ਬਿਲਕੁਲ ਸਹੀ ਟਾਈਮ ਤੇ ਸਾਡੇ ਵਿਆਹ ਤੋਂ ਪਹਿਲਾਂ ਉਹਨਾਂ ਦਾ ਇੱਕ ਦੂਜੇ ਨਾਲ ਰਾਬਤਾ ਕਰਾਇਆ। ਤਾਂ ਜਦੋਂ ਮੈਰਿਜ ਤੋਂ ਬਾਅਦ ਵੀ ਸਟੇਡ ਐਟ ਹਿਜ਼ ਹਾਊਸ, ਹੀ ਡਿਡਨਟ ਚਾਰਜ ਅ ਪੈਨੀ ਐਂਡ ਔਨ ਦਾ ਕੰਟਰੀ ਉਹ ਸਾਨੂੰ ਕਿਤੇ ਕਿਤੇ ਲੈ ਕੇ ਜਾਂਦੇ ਸੀ। 2020 'ਚ ਵੀ ਗੁਰੂ ਜੀ ਦੇ ਚਰਨਾਂ 'ਚ ਚਲੇ ਗਏ, ਪਰ ਗੁਰੂ ਜੀ ਨੇ ਉਹਨਾਂ ਨੂੰ ਸਾਡੀ ਲਾਈਫ 'ਚ ਭੇਜਿਆ ਤੇ ਉਹਨਾਂ ਨੇ ਮੈਨੂੰ ਕਹਿਣਾ ਕਿ ਆਪਣੇ ਵਰਗੀ ਕੋਈ ਮੇਰੇ ਲਈ ਵੀ ਇੰਡੀਅਨ ਲੱਭਦੇ, ਆਈ ਡੋਂਟ ਨੋ ਵਾਈ ਹੀ ਸੈਡ ਇਟ, ਬਟ ਹੀ ਯੂਜ਼ਡ ਟੂ ਕਾਲ ਮੀ ਦੈਟ ਆਈ ਐਮ ਯੂਰ ਅਮਰੀਕਨ ਫਾਦਰ ਇਨ ਲਾ। ਵਾਈ ਐਮ ਆਈ ਸ਼ੇਅਰਿੰਗ ਦਿਸ? ਬਿਕੋਜ਼ ਇਹ ਬੈਕਗਰਾਉਂਡ ਜ਼ਰੂਰੀ ਹੈ ਸਮਝਾਉਣ ਲਈ ਕਿ ਉਹਨਾਂ ਦੇ ਘਰ ਡੌਗ ਸੀ, ਮੈਂ ਕਦੇ ਡੌਗਸ ਨਾਲ ਰਹੀ ਨਹੀਂ। ਸੋ ਜਿੱਥੇ ਸਾਨੂੰ ਜਿਹੜਾ ਰੂਮ ਮਿਲਿਆ ਸੀ ਉੱਥੇ ਉਹ ਆ ਜਾਂਦੀ ਹੁੰਦੀ ਸੀ ਤੇ ਸ਼ੀ ਯੂਜ਼ਡ ਟੂ ਬੀ ਦੇਅਰ, ਹਲੇ ਵੀ ਉਹ ਹੈਗੀ ਹੈ। ਤੇ ਉੱਥੋਂ ਮੈਨੂੰ ਗੁਰੂ ਜੀ ਨੇ ਇੱਕ, ਵਾਟ ਸ਼ੁਡ ਆਈ ਸੇ, ਕਿ ਗੁਰੂ ਜੀ ਨੇ ਉੱਥੋਂ ਇੱਕ ਬਹੁਤ ਪਿਆਰ ਵਾਲਾ ਰਿਸ਼ਤਾ ਬਣਾਇਆ ਮੇਰਾ ਡੌਗਸ ਦੇ ਨਾਲ। ਫੀਅਰ ਹੌਲੀ ਹੌਲੀ ਘਟਾਇਆ ਉਹਨਾਂ ਨੇ, ਬਟ ਮੈਨੂੰ ਇੱਕ ਸਿਚੁਏਸ਼ਨ ਮਿਲੀ 2015 'ਚ, ਐਂਡ ਉਹ ਸਿਚੁਏਸ਼ਨ ਸੀ ਕਿ ਮੈਨੂੰ ਉੱਥੋਂ ਕੋਈ ਸਕਿਨ ਐਲਰਜੀ ਹੋ ਗਈ ਜੋ ਕਿ 8 ਸਾਲ till this year continue ਹੋਈ। ਡਾਕਟਰਸ tried everything, nothing worked, nothing। ਡਾਕਟਰਸ ਚੇਂਜ ਹੋ ਗਏ, ਦਵਾਈਆਂ ਚੇਂਜ ਹੋ ਗਈਆਂ, ਸਕਿਨ ਸੈਂਪਲਸ ਲਿੱਤੇ ਗਏ, they couldn't figure out what's going on। ਐਂਡ ਇੰਨੀ ਇਰੀਟੇਸ਼ਨ ਹੁੰਦੀ ਸੀ ਕਿ ਮੈਨੂੰ ਦਿਲ ਕਰਦਾ ਸੀ ਕਿ ਮੈਂ ਨਾਈਫ ਨਾਲ ਆਪਣੇ ਆਪ ਨੂੰ ਸਕ੍ਰੇਪ ਕਰ ਲਾਂ। ਐਂਡ ਜਿੱਦਾਂ ਠੰਡ ਹੁੰਦੀ ਹੈ, ਯੂ ਫੀਲ ਕੋਲਡ, ਤੇ ਤੁਸੀਂ ਗਰਮ ਚੀਜ਼ ਲੈਂਦੇ ਹੋ, ਉਹ ਫਲੇਅਰ ਅਪ ਹੋ ਜਾਂਦੀ ਸੀ ਹੋਰ ਜ਼ਿਆਦਾ ਚੀਜ਼ ਜੋ ਵੀ ਸੀ। ਐਂਡ ਗਰਮੀਆਂ 'ਚ ਮੈਨੂੰ ਸਟ੍ਰੈਸ ਹੁੰਦਾ ਸੀ ਕਿ ਹਾਊ ਵਿਲ ਆਈ ਗੋ ਸਮਵੇਅਰ, ਹਾਊ ਵਿਲ ਆਈ ਸਿਟ ਵਿਦਾਊਟ ਸਕ੍ਰੈਚਿੰਗ ਮਾਈ ਸੈਲਫ। ਐਂਡ ਉਹ ਰੱਬ ਕਰ ਰਿਹਾ ਸੀ ਕੁਛ ਜੋ ਮੈਨੂੰ ਨਹੀਂ ਪਤਾ। ਐਂਡ 2024 'ਚ ਇਟਸ ਗੋਨ, ਹਾਊ ਹੀ ਨੋਜ਼, ਵੈਨ ਹੀ ਨੋਜ਼, ਮੈਨੂੰ ਤਾਂ ਡੇਟ ਵੀ ਨਹੀਂ ਯਾਦ। ਐਂਡ ਹਰ ਦਿਨ ਮੈਂ ਸ਼ੁਕਰਾਨਾ ਕਰਦੀ ਹਾਂ ਬਿਕੋਜ਼ ਉਸ ਚੀਜ਼ ਨਾਲ ਜੀਣਾ ਔਖਾ ਸੀ, ਸਮਝ ਹੀ ਨਹੀਂ ਆ ਰਹੀ ਸੀ ਡਾਕਟਰਸ ਨੂੰ। ਤੇ ਜਦੋਂ ਸ਼ੁਰੂਆਤ 'ਚ ਹੋਇਆ ਸੀ ਉਦੋਂ ਫਾਈਨੈਂਸਿਸ ਨਹੀਂ ਸੀ, ਆਈ ਕੁਡ ਨਾਟ ਗੋ ਟੂ ਦ ਡਾਕਟਰ, ਸੋ ਆਈ ਜਸਟ ਥਾਟ ਕਿ ਨੈਗਲੀਜੈਂਸ ਦੇ ਨਾਲ ਇਹ ਫਰਦਰ ਹੋਇਆ। ਸੋ ਵਨ ਆਫ ਦ ਡਾਕਟਰ ਮੈਂਸ਼ਨ ਕਿ ਕਿਸੇ ਪੈਟ ਦੀ ਪ੍ਰੋਕਸੀਮਿਟੀ ਕਰਕੇ ਹੋ ਸਕਦਾ, ਬਟ ਵੀ ਡੋਂਟ ਨੋ ਵਾਟ ਇਟ ਇਜ਼। ਐਂਡ ਕਦੇ ਉਹਨਾਂ ਨੇ ਕੰਪਲੇਨ ਨਹੀਂ ਹੋਣ ਦਿੱਤੀ। ਓਨਲੀ ਮਾਈ ਫਾਦਰ ਹੂ ਸੈਂਟ ਮੀ ਹੋਮਿਓਪੈਥਿਕ ਮੈਡੀਸਿਨਸ ਫਰੋਮ ਇੰਡੀਆ,
ਮਾਈ ਹਸਬੈਂਡ ਨੋਜ਼ ਅਬਾਊਟ ਇਟ। ਹੋਰ ਕਿਸੇ ਤੀਸਰੇ ਸੋਲ ਨੂੰ ਨਹੀਂ ਪਤਾ ਕਿ ਕੀ ਪ੍ਰੋਬਲਮ ਹੈ, ਕਿਉਂਕਿ ਗੁਰੂ ਜੀ ਨੇ ਬਹੁਤ ਗੂੜ ਤਰੀਕੇ ਨਾਲ ਸਮਝਾਤਾ ਵੀ ਪ੍ਰੋਬਲਮਸ ਮੇਰੇ ਨਾਲ, ਸਿਰਫ ਮੇਰੇ ਨਾਲ, ਔਰ ਪ੍ਰੋਬਲਮ ਹੈ ਹੀ ਨਹੀਂ, ਇਹ ਵੀ ਉਹਨਾਂ ਦਾ ਹੁਕਮ ਹੈ। ਔਰ ਅਗਰ ਮੈਂ ਸ਼ੁਕਰਾਨਾ ਨਾ ਕਰਾਂ ਔਰ ਇਹ ਨਾ ਸ਼ੇਅਰ ਕਰਾਂ ਤਾਂ ਉਹ ਇੰਨੀਆਂ ਦਾਤਾਂ ਦਿੰਦੇ ਆ, ਅਸੀਂ ਤਾਂ ਵੈਸੇ ਹੀ ਪਾਪੀ ਤੇ ਗੁਨੇਗਾਰ ਹੈ। ਜਿੰਨੇ ਸੰਸਾਰ ਸਮੁੰਦਰ ਵਿੱਚ ਜਲ ਨਹੀਂ ਹੈਗਾ, ਉਸ ਤੋਂ ਜ਼ਿਆਦਾ ਸਾਡੇ ਅਵਗੁਣ ਹੈ। ਹਰ ਪਲ ਅਸੀਂ ਮਾਨਸਿਕ, ਵਾਚਿਕ ਤੇ ਸਰੀਰਿਕ ਕੁਕਰਮ ਕਰਦੇ ਹਾਂ, ਸੋਚ ਹੀ ਲੈਂਦੇ ਹਾਂ ਕਿੰਨਾ ਹੀ ਕੁਛ, ਜਜਮੈਂਟਸ ਪਾਸ ਕਰਦੇ ਹਾਂ। ਸੋ ਕਿਸੇ ਕਿਤੇ ਕਰਮ ਦਾ ਉਹ ਸੀਗਾ ਜੋ ਖਤਮ ਹੋ ਗਿਆ। ਔਰ ਕਿੱਦਾਂ ਖਤਮ ਹੋਇਆ, ਕਦੋਂ ਖਤਮ ਹੋਇਆ? ਜਿੱਦਾਂ ਸ਼ੁਰੂ 'ਚ ਗੁਰੂ ਜੀ ਨੇ ਸਮਝਾਇਆ ਕਿ ਅੱਜ ਥੋਟ ਇਹ ਦਿੱਤੀ ਹੈ, ਹਿਜ਼ ਟਾਈਮਿੰਗ, ਹਿਜ਼ ਹੁਕਮ, ਹਿਜ਼ ਵਿਲ। ਐਂਡ ਇਸ 'ਚ ਸ਼ੁਕਰਾਨਾ ਕਿ ਜੋ ਕਰ ਰਹੇ ਹੈ ਉਹਦਾ ਤਾਂ ਹੈਗਾ ਹੀ ਹੈ, ਸਾਰੇ ਕਰਦੇ ਹੈ, ਜੋ ਨਹੀਂ ਕਰ ਰਹੇ ਉਹ ਵੀ ਉਹਨਾਂ ਦੀ ਹੀ ਕਿਰਪਾ ਹੈ। ਉसी ਕੰਟੈਕਸਟ 'ਚ, ਸਿੰਸ ਆਈ ਸਟਿਲ ਹੈਵ ਟਾਈਮ, ਗੁਰੂ ਸਾਹਿਬ ਨੇ ਜਦੋਂ ਦੀ ਮੈਂ ਇੱਥੇ ਆਈ ਹਾਂ, ਮੈਂ ਵਾਪਸ ਘਰ ਨਹੀਂ ਗਈ ਬਿਕੋਜ਼ ਮਾਈ ਹਸਬੈਂਡ ਲੋਸਟ ਹਿਜ਼ ਮਦਰ, ਫਾਦਰ, ਬ੍ਰਦਰ। ਉਹ ਨਹੀਂ ਜਾਣਾ ਚਾਹੁੰਦੇ ਵਾਪਸ। ਹੀ ਹੈਜ਼ ਆਲ ਹਿਜ਼ ਮੈਮਰੀਜ਼ ਦੇਅਰ ਐਂਡ ਆਈ ਡੋਂਟ ਫੋਰਸ। when it is the time, when Guru Ji wants us to leave, ਅਸੀਂ ਜਾਵਾਂਗੇ, ਨਹੀਂ ਤਾਂ ਨਾ ਸਹੀ, ਜਿੱਦਾਂ ਉਹਨਾਂ ਦੀ ਮਰਜ਼ੀ। ਔਰ marriage 'ਚ my father could not come because my mother passed away before our marriage. So they were mourning, ਮਤਲਬ ਆਪਣੇ ਮੋਡ ਸੀਗੇ ਤੇ ਉਹ ਨਹੀਂ ਆਏ। ਤਾਂ ਮੇਰੇ ਫਾਦਰ ਨੇ ਮੇਰੇ ਹਸਬੈਂਡ ਨੂੰ ਵੀ ਨਹੀਂ ਮਿਲੇ ਹੋਏ ਸੀ, ਆਪਣੇ ਬੱਚੇ ਨੂੰ ਵੀ ਨਹੀਂ ਮਿਲਵਾਇਆ ਹੋਇਆ ਸੀ। So last year, my father was planning to come to Canada to meet my eldest son, technically my ਭਤੀਜਾ, but I call him my son. ਉਹ ਉੱਥੇ ਪੜ੍ਹ ਰਿਹਾ, ਉਹਨੂੰ ਮਿਲਣ ਆਉਣਾ ਸੀ ਤੇ we went to see him, ਜਿੱਥੇ ਕਨੈਕਟਿੰਗ ਫਲਾਈਟ ਵਾਲਾ ਮੈਂ ਸਤਸੰਗ ਸੁਣਾਇਆ ਕਿ ਗੁਰੂ ਜੀ ਨੇ ਕਿੱਦਾਂ ਪੂਰੀ ਫਲਾਈਟ 'ਚ ਕੁਆਇਟਨੈਸ ਕਰਤੀ, ਉਸ ਟ੍ਰਿਪ ਦੀ ਗੱਲ ਕਰ ਰਹੀ ਹਾਂ। ਮੇਰਾ ਪਾਸਪੋਰਟ ਐਕਸਪਾਇਰ ਹੋਇਆ ਸੀ, ਸੋ ਮੈਂ ਰੀਨਿਊ ਕਰਾਉਣ ਲਈ ਟਾਈਮ ਸਿਰ ਦਿੱਤਾ, ਅਕੋਰਡਿੰਗ ਟੂ ਦ ਕਰਮ ਜੋ ਮੈਂ ਕਰਨਾ। ਮੇਹਰ ਦਾ ਤਾਂ ਇਮੀਡੀਏਟਲੀ ਪਾਸਪੋਰਟ ਬਣ ਕੇ ਆ ਗਿਆ। ਜਿਹਨੇ ਫੋਨ ਕੀਤੇ ਉਹਨਾਂ ਨੇ ਕਿਹਾ ਕਿ ਕਿਉਂਕਿ ਕੋਵਿਡ ਕਰਕੇ ਡਿਲੇਸ ਚੱਲ ਰਹੇ ਹਨ ਤੇ ਸ਼ੀ ਸੇਜ਼ ਵਾਟ ਇਜ਼ ਦੀ ਐਮਰਜੈਂਸੀ। ਆਈ ਸੈਡ ਮਾਈ ਫਾਦਰ ਹੈਜ਼ ਨਾਟ ਮੈਟ ਮਾਈ ਸਨ, ਆਈ ਵਾਂਟ ਹਿਮ ਟੂ ਹੋਲਡ ਹਿਮ ਵਨ ਟਾਈਮ। ਤੇ ਸਤਸੰਗ ਬਣ ਜਾਂਦਾ ਗੁਰੂ ਜੀ ਦਾ, ਕਹਿੰਦੇ ਕਿ ਆਈਲ ਪ੍ਰੇ। ਕੌਣ ਕਹਿੰਦਾ ਹੈ, ਕੌਣ ਆਫਿਸਰ ਇਹ ਗੱਲ ਕਰਦਾ ਹੈ? ਸੋ ਸੰਗਤ ਜੀ, ਇਹਦਾ ਪਾਸਪੋਰਟ ਆ ਗਿਆ, ਮੇਰਾ ਪਾਸਪੋਰਟ ਆ ਹੀ ਨਹੀਂ ਰਿਹਾ। ਐਂਡ ਕੋਈ ਫੋਨ ਕਰੋ ਤੇ ਦੇ ਡੋਂਟ ਗਿਵ ਯੂ ਕਰੈਕਟ ਆਨਸਰਸ। ਪਹਿਲਾਂ ਕਹਿੰਦੇ ਆ ਜੀ put your credit card and every minute we'll charge you $5, and then also they don't tell anything. So I didn't want to put my credit card. So ਗੁਰੂ ਜੀ ਨੇ ਸਮਝਾਇਆ ਹੋਇਆ ਵੀ ਹੌਲੀ ਹੌਲੀ ਸਮਝਾਇਆ ਕਿ ਜੇ ਨਹੀਂ ਵੀ ਹੁੰਦਾ ਤਾਂ ਇਟਸ ਓਕੇ। ਸੋ ਆਈ ਟੋਲਡ ਮਾਈ ਹਸਬੈਂਡ ਕਿ ਜੇ ਮੇਰਾ ਪਾਸਪੋਰਟ ਨਹੀਂ ਆਉਂਦਾ ਤੁਸੀਂ ਦੋਨੋਂ ਚਲੇ ਜਾਓ, ਮੈਂ ਤਾਂ ਮਿਲੀ ਹੋਈ ਹਾਂ ਐਂਡ ਆਈ ਕੈਨ ਟਾਕ ਟੂ ਹਿਮ ਔਨ ਦ ਫੋਨ ਆਲਸੋ, ਯੂ ਗਾਇਜ਼ ਗੋ ਐਟ। ਸੋ ਸਬਰ ਦੇ ਕੇ ਮੂੰਹ ਤੋਂ ਕਢਵਾ ਕੇ, ਮੈਂ ਨਹੀਂ ਬੋਲਿਆ, ਉਹਨਾਂ ਨੇ ਬੁਲਵਾਇਆ, ਮੂੰਹ ਤੋਂ ਬੁਲਵਾ ਕੇ ਆਈ ਹੈਡ ਗਿਵਨ ਅਪ ਹੋਪ ਕਿ ਅਸੀਂ ਜਾਣਾ ਹੈ। ਤੇ ਮੇਰਾ ਪਾਸਪੋਰਟ ਆਉਂਦਾ ਹੈ ਜੀ, ਜੋ ਅਕੋਰਡਿੰਗ ਟੂ ਮੀ ਅਪ੍ਰੈਲ 'ਚ ਆ ਜਾਣਾ ਚਾਹੀਦਾ ਸੀ, ਮੈਕਸਿਮਮ ਮਈ 'ਚ ਆਉਣਾ ਚਾਹੀਦਾ ਸੀ, ਉਹ ਆਇਆ ਨਹੀਂ। ਉਹ ਆਇਆ ਇਨ ਜੁਲਾਈ ਐਂਡ ਦ ਡੇਟ ਔਨ ਦ ਪਾਸਪੋਰਟ ਇਜ਼ Guru Ji's birthday. So when he makes you wait, he gives you the best. So my passport has Guru Sahib's birthday as the date of issue, which is my husband's date of birth as well. So one is my Ishq Hakiki, that is Guruji. The other is my worldly love, Ishq Mizaji, my husband. And Guru Sahib ne ਇੰਨੀ ਸਬਰ ਦਿੱਤਾ ਕਿਉਂਕਿ ਉਹਨਾਂ ਨੇ ਇੱਕ ਚੀਜ਼ ਸਿਖਾਈ ਸੀ ਮੇਰੇ ਟਫ ਟਾਈਮਸ, ਜਿੱਥੇ ਅਸੀਂ ਰਹਿੰਦੇ ਸੀ ਕਿਰਾਏ ਦੇ ਘਰ ਤੇ, ਜਿੱਥੇ ਉਹ ਲੇਡੀ ਸਾਡਾ ਏਸੀ ਬੰਦ ਕਰ ਦਿੰਦੀ ਸੀ ਤੇ ਮੈਂ ਅਮਰੀਕਾ ਵਰਗੀ ਕੰਟਰੀ 'ਚ ਗਰਮੀ ਫੀਲ ਕਰਦੀ ਸੀ ਬਿਕੋਜ਼ ਆਈ ਵਾਸ ਕੈਰਿੰਗ ਹਿਮ ਐਂਡ ਆਈ ਡਿਡਨਟ ਨੋ। ਮੈਨੂੰ ਇੰਨੀ ਗਰਮੀ ਲੱਗਦੀ ਸੀ ਕਿ ਮੈਂ ਬਾਲਟੀ 'ਚ ਬਰਫ਼ ਰੱਖ ਕੇ ਆਪਣਾ ਟਾਈਮ ਕੱਢਦੀ ਸੀ, ਕਿਉਂਕਿ ਉਹ ਕਹਿੰਦੇ ਸੀ ਮੇਰੇ ਲੱਤਾਂ ਦੁਖਦੀਆਂ, ਏਸੀ ਨਹੀਂ ਚਲਾਉਣਾ। ਐਂਡ ਸ਼ੀ ਵਾਜ਼ ਆਰ ਲੈਂਡ ਲੇਡੀ ਐਂਡ ਮੈਨੂੰ ਗਰਮੀ ਲੱਗਦੀ ਸੀ। ਸੋ ਉੱਥੇ ਜਦ ਗੁਰੂ ਜੀ ਨੇ ਰੱਖਿਆ ਕਰਾਇਆ ਤੇ ਉੱਥੇ ਉਹਨਾਂ ਨੇ ਇੱਕ ਤੁਕ ਲਿਖੀ ਹੋਈ ਸੀਗੀ ਜੋ ਮੇਰੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਗਾਈਡਿੰਗ ਲਾਈਟ ਬਣ ਗਈ।
ਕਿ ਉਸ ਮੌਕੇ ਤੇ ਉਹਨਾਂ ਨੇ ਪੜ੍ਹਾਇਆ ਸੀ ਕਿ ਰੱਬਾ ਰੱਜ ਤਾਂ ਕਦੇ ਨਹੀਂ ਹੋਣਾ, ਰੱਬਾ ਰੱਜ ਤਾਂ ਕਦੇ ਨਹੀਂ ਹੋਣਾ, ਸਬਰ ਦੇਈਂ। ਸੋ ਜਿਸ ਫਾਦਰ ਨੂੰ ਮੈਂ ਆਫਟਰ 7 ਇਅਰਸ ਮਿਲਣਾ ਸੀ, ਉਹ ਸਾਡਾ ਪਹਿਲਾ ਹਵਾਈ ਟ੍ਰਿਪ ਹੋ ਚੁੱਕਿਆ ਸੀ। ਉਹਨਾਂ ਦਾ ਅਚਾਨਕ ਪ੍ਰੋਗਰਾਮ ਬਣਿਆ ਤਾਂ ਮਾਈ ਹਸਬੈਂਡ ਕੁਡਨਟ ਟੇਕ ਆਫ ਫॉर ਲੌਂਗ ਐਂਡ ਆਮ ਟੱਚਡ ਕਿ ਗੁਰੂ ਜੀ ਨੇ ਇੰਨੀ ਅਕਲ ਦਿੱਤੀ ਕਿ ਸਿਰਫ ਕਿਉਂਕਿ ਬੇਟਾ ਚਾਹੁੰਦਾ ਸੀ ਦੋਨੋਂ ਹੋਈਏ ਜਿੱਥੇ ਵੀ ਹੋਈਏ, ਸੋ ਉਹਨਾਂ ਨੇ ਇੰਨੀ ਅਕਲ ਦਿੱਤੀ ਕਿ ਐਟਲੀਸਟ ਗੋ ਫॉर 1 day। ਸੋ ਸੰਗਤ ਜੀ ਵੀ ਵੈਂਟ ਫॉर 1 day, I mean 24 hours to meet his Nana ji, and we met and we came back and everybody was like ਕਿ ਇੱਕ ਦਿਨ ਲਈ। so I was like ਜਿੰਨਾ ਦਿੰਦਾ ਰੱਬ ਉਨਾ ਹੀ ਸ਼ੁਕਰ ਹੈ। ਸੋ ਪ੍ਰਮਾਤਮਾ ਦਾ ਬੇਅੰਤ ਸ਼ੁਕਰਾਨਾ ਕਿ ਉਹ ਇਹ ਜਰਨੀ 'ਚ ਇੰਨਾ ਕੁਛ ਸਿਖਾ ਰਹੇ ਹੈ, ਇੰਨਾ ਕੁਛ ਕਰਾ ਰਹੇ ਹੈ। ਮੇਰੀ ਸ਼ੂਗਰ ਲੈਵਲਸ ਆਰ ਅੰਡਰ ਕੰਟਰੋਲ। ਚਾਹੇ ਮੈਂ ਕੜਾਹ ਪ੍ਰਸ਼ਾਦ ਖਾਵਾਂ ਭਰ ਕੇ, ਜਦੋਂ ਜੋ ਤੁਸੀਂ ਸਾਰੇ ਸੁਣਦੇ ਹੋ ਨਾ ਕਿ ਸ਼ੂਗਰ ਲੈਵਲਸ ਨਹੀਂ ਵੱਧਦੀਆਂ, ਨਹੀਂ ਵੱਧਦੇ। ਜਿੰਨਾ ਮਰਜ਼ੀ ਖਾ ਕੇ ਆਵਾਂ, not that I'm testing him, but I'm supposed to keep a check so that if ever they fluctuate, I have to take appropriate changes in the medication, whatever doctors want, ਤਾਂ ਮੈਨੂੰ ਮੋਨੀਟਰ ਕਰਨੀ ਪੈਂਦੀ ਹੈ। ਖਾ ਕੇ ਆਓ, ਕੁਛ ਨਹੀਂ ਹੁੰਦਾ। ਉੱਦਾਂ ਕੁਛ ਖਾ ਲਓ ਭਾਵੇਂ ਉੱਪਰ ਥੱਲੇ ਹੋ ਜੇ, but in satsang you eat whatever he makes you eat, because ਜਾਂ ਤਾਂ ਵਿਸ਼ਵਾਸ ਹੈ ਜਾਂ ਡਰ ਹੈ, ਦੋਨੋਂ ਨਹੀਂ ਰਹਿੰਦੇ। ਤੇ ਉਹ ਰੱਬ ਦਿਲ 'ਚ ਰਹਿੰਦਾ ਹੈ। ਹਰ ਦਿਨ ਗੁਰੂ ਜੀ ਆਪਣੀ ਸੰਗਤ ਦੇ ਥਰੂ ਸਾਨੂੰ ਬਹੁਤ ਕੁਝ ਸਿਖਾਉਂਦੇ ਹੈ। ਐਂਡ ਜੋ ਪੂਰੀ ਦੁਨੀਆ ਲਈ ਅਭਿਸ਼ਾਪ ਬਣਿਆ ਕੋਵਿਡ, ਉਹ ਸਾਡੇ ਲਈ ਇੱਕ ਵਰਦਾਨ ਬਣਿਆ ਗੁਰੂ ਜੀ ਦੀ ਸੰਗਤ ਲਈ। ਅਸੀਂ ਇਸ ਪਲੇਟਫਾਰਮ ਜੋ ਕਿ ਕੋਵਿਡ ਦੀ ਦਾਤ ਹੈ ਉਹਦੇ ਨਾਲ ਜੁੜੇ ਹਾਂ। ਉਹ ਸੰਗਤ ਜਿਨ੍ਹਾਂ ਨੂੰ ਗੁਰੂ ਜੀ ਨੇ ਪ੍ਰਤੱਖ ਦਰਸ਼ਨ ਦਿੱਤੇ ਹੈ, ਉਹਨਾਂ ਦੇ ਨਾਲ ਅਸੀਂ ਜੁੜ ਕੇ, ਉਹਨਾਂ ਦੇ ਗੁਣਗਾਨ ਸੁਣ ਕੇ ਅਸੀਂ ਗੁਰੂ ਜੀ ਨਾਲ ਹੋਰ ਨੇੜੇ ਜੁੜੇ ਹਾਂ। ਅਸੀਂ ਬਹੁਤ ਗਲਤੀਆਂ ਕਰਦੇ ਸੀ, ਸਾਨੂੰ ਪਤਾ ਹੀ ਨਹੀਂ ਸੀ ਵੀ ਇੱਦਾਂ ਨਹੀਂ ਕਰਨਾ। ਜਿੱਦਾਂ ਅਸੀਂ ਆਗਿਆ ਦੇ ਟਾਈਮ ਫੁੱਲ ਲੈ ਕੇ ਆਉਂਦੇ ਸੀ, ਤੇ ਗੁਰੂ ਜੀ ਨੇ ਕਿਹਾ ਚੜੇ ਹੋਏ ਫੁੱਲ ਨਹੀਂ ਲੈ ਕੇ ਆਈਦੇ। ਇਹ ਛੋਟੀ ਜਿਹੀ ਇੱਕ ਐਗਜ਼ਾਮਪਲ ਦੇ ਰਹੀ ਹਾਂ ਕਿ ਗੁਰੂ ਜੀ ਨੇ ਸਾਡੇ ਅੰਦਰ ਚੇਂਜਸ ਲੈ ਕੇ ਆਉਂਦੀਆਂ, ਹਲੇ ਹੋਰ ਵੀ ਲਿਆਉਣਗੇ, ਕਿਉਂਕਿ ਅਸੀਂ ਮੈਂ ਤਾਂ ਪਾਪੀ ਹਾਂ, ਮੈਨੂੰ ਤਾਂ ਪੱਕਾ ਪਤਾ ਹੈ। ਤੇ ਗੁਰੂ ਜੀ ਸਾਨੂੰ ਬਖਸ਼ ਲੈਣ, ਆਪਣੇ ਨਾਲ ਇੱਦਾਂ ਹੀ ਜੋੜ ਕੇ ਰੱਖਣ, ਤੇ ਅਸੀਂ ਜਿਹੜਾ ਗੁਰੂ ਜੀ ਨੇ ਇਹਦਾ ਇੰਟਰਨੈਸ਼ਨਲੀ ਇੱਕ ਪਰਿਵਾਰ ਬਣਾਤਾ ਹੈ, ਉਸ ਨੂੰ ਸੰਜੋ ਕੇ ਰੱਖੀਏ। ਇੱਕ ਦੂਜੇ ਤੋਂ ਗੁਰੂ ਜੀ ਸਾਨੂੰ ਇੱਦਾਂ ਹੀ ਕੁਛ ਨਾ ਕੁਛ ਸਿਖਾਉਂਦੇ ਰਹਿਣ, ਤੇ ਆਪਣਾ ਗੁਣਗਾਨ ਕਰਨ ਦਾ ਮੌਕਾ ਜਿੱਦਾਂ ਉਹ ਦਿੰਦੇ ਹੈ ਉਹ ਦਿੰਦੇ ਰਹਿਣ, ਕਿਉਂਕਿ ਉਸ ਸਮੇਂ ਸਾਨੂੰ ਇਹ ਹੋਰ ਜ਼ਿਆਦਾ ਆਪ ਨੂੰ ਕਿੰਨੀਆਂ ਗੱਲਾਂ ਯਾਦ ਆਉਂਦੀਆਂ ਕਿ ਆ ਵੀ ਹੋਇਆ ਸੀ, ਉਹ ਵੀ ਹੋਇਆ ਸੀ। ਮੈਂ ਤਾਂ ਦਿਨ ਰਾਤ ਬੋਲ ਸਕਦੀ ਹਾਂ, ਕਿਉਂਕਿ ਉਹਨਾਂ ਦਾ ਗੁਣਗਾਨ ਕਰਨਾ ਕੋਈ ਵੀ ਉਹ ਨਹੀਂ ਹੁੰਦਾ, ਘੱਟ ਹੀ ਹੁੰਦਾ ਹੈ। ਤੁਹਾਡੇ ਮਨ 'ਚ ਹੁੰਦਾ ਹੋਰ ਬੋਲੋ, ਕਿਉਂਕਿ ਉਹ ਬਹੁਤ ਦਿੰਦੇ ਆ, ਪਰ ਸਮੇਂ ਦੀ ਸੀਮਾ ਹੈ। ਅਸੀਂ ਗੁਰੂ ਜੀ ਦੀ ਨੈਕਸਟ ਬਲੈਸਿੰਗਸ, ਜਿਹਦੇ ਲਈ ਜਿਹਦਾ ਸ਼ੀਰਸ਼ਕ ਹੀ ਹੈ ਬਲੈਸਿੰਗਸ ਰੈਡੀ, ਆਸ਼ੀਰਵਾਦ ਕੇ ਲਈ ਤਿਆਰ। ਅਸੀਂ ਆਸ਼ੀਰਵਾਦ ਹਮੇਸ਼ਾ ਹੀ ਪਾਉਂਦੇ ਰਹੀਏ ਉਸ ਗੁਰੂ ਦਾ। ਗੁਰੂ ਸਾਹਿਬ ਅੱਗੇ ਹੱਥ ਜੋੜ ਕੇ ਕੋਈ ਬੇਨਤੀ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ। ਅਸੀਂ ਉਹ ਮੁੱਠੀ ਪਰ ਸੰਗਤ ਵਿੱਚ ਸਭ ਹੋਈਏ, ਗੁਰੂ ਜੀ ਦੀ ਮੁੱਠੀ ਵੱਡੀ ਹੋ ਜੇ। ਅਸੀਂ ਗਲਤੀਆਂ ਕਰਦੇ ਹਾਂ, ਉਹ ਸਾਨੂੰ ਮਾਫ ਕਰਦੇ ਰਹਿਣ, ਪ੍ਰੇਰਦੇ ਰਹਿਣ ਸਹੀ ਰਾਹ ਤੇ ਜਾਣ ਲਈ। ਤੇ ਹਰ ਦਿਨ ਉਹ ਸਾਨੂੰ ਸਿਖਾਉਂਦੇ ਹੈ ਉਹਦਾ ਸ਼ੁਕਰਾਨਾ। ਹਰ ਸੰਗਤ ਜਿਨ੍ਹਾਂ ਦੇ ਨਾਲ ਵੀ ਉਹਨਾਂ ਨੇ ਸਾਨੂੰ ਜੋੜਿਆ ਹੈ, ਸਿਖਾਇਆ ਹੈ, ਕਿੰਨਾ ਹੀ ਕੁਝ ਸਿਖਾ ਰਹੇ ਹਰ ਦਿਨ। ਸਾਡੀ ਉਨੀ ਹੈ ਨਹੀਂ ਹੈ, ਔਕਾਤ ਨਹੀਂ ਹੈ, ਪਰ ਉਹ ਸਾਨੂੰ ਸਾਡੀ ਔਕਾਤ ਤੋਂ ਜ਼ਿਆਦਾ ਦਿੰਦੇ ਆ। ਬੇਅੰਤ ਸ਼ੁਕਰਾਨਾ ਹੈ ਗੁਰੂ ਜੀ ਦਾ। ਜੇ ਅੱਖਰ ਘਾਟਾ ਵੱਧ ਬੋਲਿਆ ਗਿਆ ਹੋਏ ਤਾਂ ਤੁਸੀਂ ਵੀ ਮਾਫ ਕਰਿਓ ਸੰਗਤ ਜੀ, ਤੇ ਗੁਰੂ ਸਾਹਿਬ ਵੀ ਮਾਫ ਕਰਨ। ਗੁਰੂ ਜੀ ਨੇ ਇੱਕੋ ਚੀਜ਼ ਸਿਖਾਈ ਸੀ, ਮੈਂ ਆਪਣੀ ਸੰਗਤ 'ਚ ਵਸਦਾ ਤਾਂ ਮੇਰਾ ਸਿਰ ਤੁਹਾਡੇ ਚੜਨਾ 'ਚ ਹੈ ਸੰਗਤ ਜੀ, ਕਿਉਂਕਿ ਗੁਰੂ ਜੀ ਜਿਹੜੇ ਆ ਉਹ ਸੰਗਤ 'ਚ ਹੀ ਵਸਦੇ ਆ। ਭੁੱਲ ਚੁੱਕ ਮਾਫ। ਬੇਅੰਤ ਸ਼ੁਕਰਾਨਾ ਗੁਰੂ ਜੀ ਮਹਾਰਾਜ, ਬੇਅੰਤ ਸ਼ੁਕਰਾਨਾ। जय गुरु जी। शुकराना आंटी, शुकराना मल्टीलिंगल जूम प्लेटफॉर्म वालों और सारे गुरु संगत परिवार वालों बहुत शुकराना आंटी। बहुत ही प्यारा, बड़े
ਸਿੰਪਲ ਵਰਡਸ ਵਿੱਚ ਔਰ ਬੜਾ ਹੀ ਪਿਆਰਾ ਸਤਸੰਗ ਕੀਤਾ ਆਂਟੀ ਤੁਸੀਂ। ਔਰ ਤੁਹਾਡੇ ਸਤਸੰਗ 'ਚ ਇੰਨੇ ਪਿਆਰੇ ਪਿਆਰੇ ਆਨਸਰ ਮਿਲੇ ਆ ਨਾ ਕਿ ਅਸੀਂ ਚਾਹੇ ਕੁਝ ਕਹੀਏ ਚਾਹੇ ਨਾ ਕਹੀਏ, ਪਰ ਗੁਰੂ ਮਹਾਰਾਜ ਹਮੇਸ਼ਾ ਸਾਡੀ ਸੁਣਦੇ ਹੈ, ਹਰ ਟਾਈਮ ਸੁਣਦੇ ਹੈ। ਔਰ ਸੱਚ ਇਹ ਗੱਲ ਤਾਂ ਹੈ ਹੀ ਹੈ ਕਿ ਉਹ ਹਰ ਟਾਈਮ ਅਸੀਂ ਕੁਝ ਵੀ ਨਾ ਉਹਨਾਂ ਨੂੰ ਕਹੀਏ ਕਿ ਸਾਨੂੰ ਇਹ ਚਾਹੀਦਾ, ਬਟ ਉਹਨਾਂ ਨੂੰ ਸਭ ਪਤਾ ਹੈ ਕਿ ਸਾਨੂੰ ਕੀ ਚਾਹੀਦਾ। ਸ਼ੁਕਰਾਨਾ ਆਂਟੀ, ਇੰਨੇ ਸੌਫਟ ਵਰਡਸ ਦੇ ਵਿੱਚ ਤੁਸੀਂ ਸਤਸੰਗ ਕੀਤਾ ਹੈ। ਬੇਅੰਤ ਸ਼ੁਕਰਾਨਾ ਗੁਰੂ ਮਹਾਰਾਜ ਦਾ ਕਿ ਉਹਨਾਂ ਨੇ ਤੁਹਾਨੂੰ ਸਾਡੇ ਕੋਲ ਭੇਜਿਆ। ਥੈਂਕ ਯੂ ਆਂਟੀ, ਸਾਰੀ ਟੀਮ ਵੱਲੋਂ ਸ਼ੁਕਰਾਨਾ। ਔਰ ਸੰਗਤ ਜੀ ਹੁਣੇ ਹੀ ਥੋੜੀ ਦੇਰ ਦੇ ਵਿੱਚ ਹੀ ਕਮਾਂਡਰ ਅੰਕਲ ਦੀ ਬੁੱਕ ਦਾ ਰੀਡਿੰਗ ਸੈਸ਼ਨ ਸ਼ੁਰੂ ਹੋਣ ਵਾਲਾ ਹੈ, ਤੇ ਸੰਗਤ ਜੀ ਆਪਣਾ ਲਿੰਕ ਵੀ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਔਰ ਇਹ ਬਲੈਸਿੰਗ ਸੱਚਮੁੱਚ ਲੈਣ ਵਾਲੀਆਂ ਜਿਹੜੀਆਂ ਕਮਾਂਡਰ ਅੰਕਲ ਦੀ ਬੁੱਕ ਦੇ ਅਸੀਂ ਸਾਰੇ ਜਾਣੇ ਅਸੀਂ ਤਾਂ ਰੈਗੂਲਰ ਹੀ ਸੁਣ ਰਹੇ ਹਾਂ, ਤੇ ਮੈਂ ਚਾਹੁੰਦੀ ਜ਼ਿਆਦਾ ਤੋਂ ਜ਼ਿਆਦਾ ਸੰਗਤ ਇਸ ਬੁੱਕ ਦੀ ਰੀਡਿੰਗ ਨੂੰ ਸੁਣੇ। ਬਹੁਤ ਹੀ ਪਿਆਰੀ ਰੀਡਿੰਗ ਹੁੰਦੀ ਹੈ, ਤੇ ਲਿੰਕ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਸਾਰੇ ਜੁੜੀਏ, ਆਨਸਰ ਮਿਲਣ ਸਾਨੂੰ। ਤੇ ਹੋਸਟ ਨੂੰ ਰਿਕੁਐਸਟ ਹੈ ਪਲੀਜ਼ ਸ਼ਬਦ ਬਾਣੀ ਸ਼ੁਰੂ ਕਰ ਦਿੱਤੀ ਹਨ, ਥੋੜੀ 5 ਮਿੰਟ ਤੱਕ ਹੀ ਅੰਕਲ ਦੀ ਬੁੱਕ ਸਟਾਰਟ ਕਰਾਂਗੇ। ਥੈਂਕ ਯੂ ਆਂਟੀ ਅਗੇਨ, ਅਨੂ ਆਂਟੀ। ਬੇਅੰਤ ਸ਼ੁਕਰਾਨਾ ਗੁਰੂ ਜੀ। ਹੋਸਟ ਅੰਕਲ ਪਲੀਜ਼ ਸ਼ਬਦ ਬਾਣੀ ਸਟਾਰਟ ਕਰ ਦਿਓ।